11 चैप्टर उत्पत्ति 11 1 नंबर बस सारी धरती उत्ते इक्को ही बोली ਅਤੇ ਇੱਕੋ ਹੀ ਭਾਸ਼ਾ ਸੀ ਤੇ ਇਉਂ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੂੰ ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ। ਹਾਂਜੀ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ। ਸੋ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਤੇ ਇੱਕ ਬੁਰਜ ਬਣਾਈਏ ਜਿਸ ਦੀ ਟੀਸ਼ੀ ਆਕਾਸ਼ ਤੱਕ ਹੋਵੇ ਤੇ ਆਪਣੇ ਇੱਕ ਨਾਉ ਕੱਢੀਏ। ਅਜਿਹਾ ਨਾ ਹੋਵੇ ਕਿ ਅਸੀਂ ਸਾਰੀ ਧਰਤੀ ਤੇ ਖੇਡ ਜਾਈਏ। ਤਾਈਓ ਉਸ ਸ਼ਹਿਰ ਤੇ ਬੁਰਜ ਨੂੰ ਜਿਹਨੂੰ ਆਦਮ ਵੰਸ਼ ਨੇ ਬਣਾਇਆ ਸੀ ਵੇਖਣ ਲਈ ਉਤਰਿਆ। ਯੋਆ ਨੇ ਆਖਿਆ ਕਿ उत्पत्ति 11 चैप्टर ਆਪਾਂ ਦੇਖਦੇ ਹਾਂ ਸਟੋਰੀ ਕਿਹਦੇ ਬਾਰੇ ਹੈਗੀ। ਇਹ ਤਾਂ ਕੀ ਬੰਦਾ ਪਿਆ ਬਾਬੁਲ ਦਾ ਬੁਰਜ। ਬਾਬੁਲ ਦੇ ਬੁਰਜ ਦੀ ਸਟੋਰੀ ਕੀ ਆ? ਲੋਕੀ ਇਕੱਠੇ ਹੋਏ ਉਹਨਾਂ ਨੇ ਕੀ ਕਿਹਾ ਆਪਾਂ ਕੀ ਬਣਾਈਏ? ਇੱਕ ਬੁਰਜ ਬਣਾਈਏ ਜਿਹੜਾ ਕੀ ਕੰਮ ਕਰੇ? ਆਕਾਸ਼ ਤੱਕ ਜਿਹੜਾ ਪਹੁੰਚੇ। ਓਕੇ ਫਿਰ ਕੀ ਹੋਇਆ ਉਸ ਤੋਂ ਬਾਅਦ ਪਰਮੇਸ਼ਵਰ ਨੇ ਉਹਨਾਂ ਦੀ ਬੋਲੀ ਨੂੰ ਚੇਂਜ ਕਰਤਾ। ਕਿਉਂ? ਕਿਉਂ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਸਕਦੇ ਤੇ ਉਹ ਅੰਡਰਸਟੈਂਡਿੰਗ ਦੇ ਵੀ ਗੱਲ ਕਿਦਾਂ ਕਰਨਗੇ। ਓਕੇ ਇੱਕ ਦੂਜੇ ਨੂੰ ਅੰਡਰਸਟੈਂਡ ਨਾ ਕਰਨਗੇ ਤੇ ਫਿਰ ਨਹੀਂ ਬਣੂਗਾ। ਨਹੀਂ ਬਣੂਗਾ। ਠੀਕ ਹੈ ਤੇ ਦੇਖੋ ਇਹ ਬੁਰਜ ਬਣਾਉਣ ਵਿੱਚ ਪ੍ਰੋਬਲਮ ਕੀ ਹੈਗੀ? ਮਤਲਬ ਗਲਤੀ ਕੀ ਹੈ ਉਹਨਾਂ ਦੀ ਬੁਰਜ ਬਣਾਉਣ ਦੇ ਵਿੱਚ? ਜੋ ਬਣਾਉਣਗੇ ਫਿਰ ਕੀ ਹੋ ਜਾਊਗਾ? ਹਾਂਜੀ ਫਿਰ ਪਰਮੇਸ਼ਰ ਤੱਕ ਪਹੁੰਚ ਜਾਣਗੇ ਉਹ? ਹਾਂਜੀ ਉਹਨਾਂ ਦਾ ਏਮ ਹੈਗਾ ਹੀ ਆਪਾਂ ਅਸਮਾਨ ਤੱਕ ਪਹੁੰਚੀਏ। ਪਰ ਫਿਰ ਮਤਲਬ ਠੀਕ ਆ ਮੰਨ ਲਓ ਕਿ ਪਰਮੇਸ਼ਰ ਜਿਹੜਾ ਪ੍ਰੇ ਕਰਦੇ ਪਏ ਤੇ ਪਰਮੇਸ਼ਰ ਜਗ੍ਹਾ ਤੇ ਖਲੋਤੇ ਤੇ ਉੱਪਰੋਂ ਵੇਖਿਆ ਕਿ ਛੋਟੇ ਛੋਟੇ ਜਿਹੜੇ ਲੋਕ ਆ ਉਹ ਬੁਰਜ ਬਣਾਉਂਦੇ ਪਏ। ਤੁਹਾਨੂੰ ਪਸੰਦ ਆਈਡੀਆ ਠੀਕ ਆ ਬੈਡ ਆਈਡੀਆ ਮੈਨੂੰ ਪਸੰਦ ਆਇਆ। ਤੁਸੀਂ ਚਾਹੁੰਦੇ ਕਿ ਬੁਰਜ ਨਾ ਬਣਾ ਕੇ ਬੁਰਜ ਢਾਣਾ ਬਣਾ ਤੁਸੀਂ ਕੀ ਕਰੋਗੇ ਜੇ ਬੁਰਜ ਢਾਣਾ ਹੋਵੇ? ਤੁਹਾਡੇ ਕੋਲ ਅਨਲਿਮਿਟਿਡ ਪਾਵਰ ਹੈਗੀਆਂ ਤੁਹਾਡੇ ਕੋਲ ਮਤਲਬ ਤਾਕਤਾਂ ਅਸੀਮਿਤ ਹੈਗੀਆਂ ਤੁਸੀਂ ਕਰੋਗੇ? ਉਹਨਾਂ ਨੂੰ ਬਹੁਤ ਬੈਸਟ ਕਰ ਹਾਂਜੀ ਬਹੁਤ ਬੈਸਟ ਕਰ ਦਾਂਗੇ। ਸੀਮੈਂਟ ਲਾਉਂਦੇ ਕੋਈ ਗਾਰਾ ਲਾ ਦਾਂਗੇ ਜਾਂ ਕੋਈ ਮਾੜੀ ਬਹੁਤ ਬੇਸ ਕਰ ਦੋਗੇ। ਤੁਹਾਡੇ ਕੋਲ ਅਨਲਿਮਿਟਿਡ ਪਾਵਰ ਹੈਗੀ ਤੁਹਾਡੇ ਪਾਵਰ ਦੀ ਕਮੀ ਕੋਈ ਨਹੀਂ ਹੈਗੀ ਤੁਸੀਂ ਕਰੋਗੇ। ਤੁਸੀਂ ਬੁਰਜ ਉਹਨਾਂ ਨੇ ਕਿੰਨਾ ਬਣਾ ਲਿਆ ਤੁਸੀਂ ਕਰੋਗੇ? ਤੋੜ ਦਾਂਗੇ। ਹਾਂਜੀ ਤੋੜ ਦਾਂਗੇ ਤੋੜ ਦੋਗੇ। ਕਿੱਦਾਂ ਤੋੜੋਗੇ? ਆਪਣੀ ਸ਼ਕਤੀ ਨਾਲ। ਸ਼ਕਤੀ ਨਾਲ। ਕਿਹੜੀ ਸ਼ਕਤੀ? ਸੁਪਰੀਮ ਪਾਵਰ ਹੈ ਹਲਕਾ ਕੋਈ ਵੀ ਹਨਾ ਤੁਸੀਂ ਭੁਚਾਲ ਲਿਆ ਦੋਗੇ ਤੁਸੀਂ ਕਹੋਗੇ ਭੁਚਾਲ ਆ ਗਿਆ ਧਰਤੀ ਹਿੱਲ ਗਈ ਠੀਕ ਹੈ ਪੈਸਾ ਸਾਰਾ ਕੁਝ ਕੰਮ ਖਤਮ ਹੋਣਾ ਤੁਸੀਂ ਕਹੋਗੇ ਮੈਂ ਆਪਣਾ ਬਿਜਲੀ ਸੁੱਟ ਦਿੰਦਾ। ਹਾਂਜੀ ਓਕੇ ਜੇ ਤੁਹਾਡੇ ਕੋਲ ਅਨਲਿਮਿਟਿਡ ਪਾਵਰ ਹੈਗੀ ਤੇ ਤੁਸੀਂ ਸੁਨਾਮੀ ਲਿਆ ਦੋ ਭੁਚਾਲ ਲਿਆ ਤਾਂ ਤੁਹਾਨੂੰ ਕੀ ਲੋੜ ਹੈ ਤੇ ਬੰਬ ਰੱਖਣ ਦੀ? ਸਿੰਪਲ ਚੀਜ਼ ਹੈ ਨਾ। ਸੋ ਪੁਆਇੰਟ ਹੈਗਾ ਕਿ ਪਰਮੇਸ਼ਰ ਨੇ ਇਦਾਂ ਦਾ ਕਿਉਂ ਕੀਤਾ ਜਿੱਥੇ ਕਿ ਭਾਸ਼ਾ ਨੂੰ ਚੇਂਜ ਕਰਨਾ ਤੁਹਾਡੇ ਕੋਲ ਮਤਲਬ ਤੁਸੀਂ ਵੇਖੋ ਇੱਕ ਬੜਾ ਅਜੀਬ ਜਿਹਾ ਤਰੀਕਾ ਹੈਗਾ ਭਾਸ਼ਾ ਚੇਂਜ ਕਰਨ ਦਾ। ਠੀਕ ਹੈ ਤੇ ਤੁਸੀਂ ਵੇਖੋ ਅਜੀਬ ਤਰੀਕਾ ਵੀ ਕੰਮ ਕਰਦਾ ਪਿਆ। ਮਤਲਬ ਪਹਿਲਾ ਸਵਾਲ ਮੇਰਾ ਇਹ ਹੁੰਦਾ ਕਿ ਇਦਾਂ ਕਿਉਂ ਕੀਤਾ ਕਿ ਭਾਸ਼ਾ ਚੇਂਜ ਕਰਨੀ? ਮੰਨ ਲਓ ਇੱਕ ਐਗਜ਼ਾਮਪਲ ਤੌਰ ਤੇ ਪਰ ਆਪਾਂ ਇੱਥੇ ਬਣਾਉਂਦੇ ਪਏ ਬੁਰਜ ਬਣਾਉਂਦੇ ਪਏ ਮੰਨ ਲਓ ਐਗਜ਼ਾਮਪਲ ਤੌਰ ਤੇ ਨਾ ਤੇ ਇੱਕਦਮ ਭਾਸ਼ਾ ਚੇਂਜ ਹੋ ਗਈ। ਆਪਾਂ ਰਾਤ ਨੂੰ ਗਏ ਸੁੱਤੇ ਭਾਸ਼ਾ ਇੱਕ ਹੋ ਗਈ ਕਿਉਂਕਿ ਬਾਈਬਲ 'ਚ 11 ਦੇ 1 ਨੰਬਰ ਬਸ ਕੀ ਕਹਿੰਦੀ ਸਾਰੀ ਦੁਨੀਆ ਦੇ ਕੀ ਹੀ ਇੱਕ ਹੀ ਭਾਸ਼ਾ ਹੀ ਇੱਕ ਹੀ ਬੋਲੀ। ਮੰਨ ਲਓ ਇੱਕੋ ਬੋਲੀ ਹੈਗੀ ਅਗਲੇ ਦਿਨ ਆਪਾਂ ਇਹ ਸਾਰੇ ਬੋਲੀਆਂ ਚੇਂਜ ਹੈਗੀਆਂ। ਹਾਂਜੀ ਓਕੇ ਹੁਣ ਚਲੋ ਆਪਾਂ ਇਹਨੂੰ ਪ੍ਰੈਕਟੀਕਲ ਲੈਂਦੇ ਹਾਂ ਨਾ। ਮੰਨ ਲਓ ਮੈਂ ਸੁਦੇਵ ਭਾਈ ਨਾਲ ਕੰਮ ਕਰਦਾ ਪਿਆ ਆਪਾਂ ਬੁਰਜ ਬਣਾਉਂਦੇ ਪਏ ਠੀਕ ਹੈ। ਮੈਂ ਸੁਦੇਵ ਭਾਈ ਨੂੰ ਕਹਿੰਦਾ ਭਾਈ ਇੱਟ ਫੜਾਇਓ ਹੈ ਨਾ। ਇਹਨਾਂ ਨੇ ਗਮਨ ਕਿਹਾ ਇਹ ਹੋਰ ਭਾਸ਼ਾ 'ਚ ਅੰਨਾ ਹੀ ਸੈਂਕਲ ਦੇ ਪਾ ਜਿਹਦਾ ਮਤਲਬ ਹੈਗਾ ਕਿ ਭਾਜੀ ਕੀ ਕਹਿੰਦੇ ਮੈਨੂੰ ਸਮਝ ਲੱਗਦੀ ਪਈ ਠੀਕ ਹੈ। ਮੈਂ ਕਿਸੇ ਨੂੰ ਹੋਰ ਨੂੰ ਕਿਹਾ ਭਾਜੀ ਬਾਲਟਾ ਫੜਾਇਓ ਜਰਾ ਇਹ ਤਾਲਾ ਉਹਨੂੰ ਨਹੀਂ ਸਮਝ ਲੱਗੀ। ਹੁਣ ਆਪਾਂ ਸੋਚਿਆ ਯਾਰ ਸਾਨੂੰ ਸਮਝ ਤਾਂ ਲੱਗੀ ਨਹੀਂ ਠੀਕ ਹੈ। ਮੈਂ ਕੀ ਕਰੂੰਗਾ ਇੱਟ ਫੜੂੰਗਾ ਮੈਂ ਕਹੂੰਗਾ ਆ ਹੁੰਦੀ ਇੱਟ ਠੀਕ ਹੈ। ਉਹਨੇ ਸਮਝ ਲੱਗ ਜਾਣੀ ਕਿ ਅੱਛਾ ਇਹਨੂੰ ਇੱਟ ਕਹਿੰਦੇ ਆ ਲੱਗੀ ਸਮਝ। ਆਪਾਂ ਕੀ ਕਰਾਂਗੇ ਆਪਾਂ ਮੀਟਿੰਗ ਬਿਠਾਵਾਂਗੇ ਯਾਰ ਸਾਰਿਆਂ ਦੀਆਂ ਬੋਲੀਆਂ ਚੇਂਜ ਹੋ ਗਈਆਂ ਚਲੋ ਆਪਾਂ ਇਦਾਂ ਕਰੀਏ ਆਪਾਂ ਵਰਡ ਦੇ ਦਿੰਦੇ ਆ ਇਹਨੂੰ ਇੱਟ ਕਹਿੰਦੇ ਆ ਇਹਨੂੰ ਬਾਲਟਾ ਕਹਿੰਦੇ ਇਹਨੂੰ ਚੱਪਲ ਕਹਿੰਦੇ ਆ ਇਹਨੂੰ ਬਜਰੀ ਕਹਿੰਦੇ। ਆਪਾਂ ਡਿਕਸ਼ਨਰੀ ਬਣਾਈ 100 ਵਰਡ ਦੀ ਜਿਹੜੀ ਚੀਜ਼ਾਂ ਬਣਾਉਣੀਆਂ ਆਪਾਂ ਕਿਹਾ ਚਲੋ ਆਪਾਂ ਫੇਰ ਬਣਾਉਣਾ ਸ਼ੁਰੂ ਕਰੀਏ। 3 ਦਿਨ 'ਚ ਤੁਹਾਡੀ ਭਾਸ਼ਾ ਫੇਰ ਤਿਆਰ ਹੋ ਗਈ ਨਵੀਂ ਤੁਸੀਂ ਫੇਰ ਬਣਾ ਲਓਗੇ। ਪਰ ਇਦਾਂ ਕਿਦਾਂ ਹੋ ਗਿਆ ਕਿ ਭਾਸ਼ਾ ਚੇਂਜ ਹੋਈ ਤੇ ਉਹਨਾਂ ਨੇ ਬੁਰਜ ਬਣਾਉਣਾ ਬੰਦ ਕਰਤਾ ਠੀਕ ਹੈ। ਮਤਲਬ ਸਿੰਪਲ ਜੀ ਮਤਲਬ ਪ੍ਰੈਕਟੀਕਲ ਗੱਲ ਕੀਤੀ ਕਿ ਲੈਂਗੁਏਜ ਦੇ ਨਾਲ ਕੋਈ ਪ੍ਰੋਬਲਮ ਨਹੀਂ ਲੈਂਗੁਏਜ ਨਵੀਂ ਲੈਂਗੁਏਜ ਬਣ ਸਕਦੀ ਫਿਰ ਠੀਕ ਹੈ। ਤੁਸੀਂ ਧਿਆਨ ਦਿਓ ਤੁਸੀਂ ਕਾ ਲੈਂਗੁਏਜ ਪ੍ਰੋਬਲਮ ਹੈ ਕਿ ਲੈਂਗੁਏਜ ਕਰਕੇ ਨਾ ਕਰ ਸਕਣ। ਮੰਨ ਲਓ ਜੇ ਸਾਰੇ ਗੂੰਗੇ ਹੋਣ
ਉਹ ਨਹੀਂ ਬਣਾ ਸਕਣਗੇ ਬਣਾਉਣਗੇ ਕਿ ਨਹੀਂ ਬਣਾ ਲੈਣਗੇ ਓਕੇ ਤੁਹਾਡੇ ਕੋਲ ਇੱਕ ਹੋਰ ਤਰੀਕਾ ਹੈਗਾ ਜਦੋਂ ਨਹੀਂ ਬੋਲਣਾ ਤੇ ਤੁਸੀਂ ਫੋਟੋ ਬਣਾ ਦੀਆਂ ਇਹਨੂੰ ਐਡ ਕਰਦੇ ਠੀਕ ਹੈ ਤੁਸੀਂ ਜਿੱਦਾਂ ਤੁਸੀਂ ਵੇਖਦੇ ਗੂੰਗੇ ਹੀ ਕਰਦੇ ਗੂੰਗੇ ਕਿੱਦਾਂ ਗੱਲਬਾਤ ਕਰਦੇ ਇਸ਼ਾਰਿਆਂ ਨਾਲ ਤੁਸੀਂ ਇਸ਼ਾਰੇ ਬਣਾ ਦੋਗੇ ਠੀਕ ਹੋ ਗਏ ਬੁਰਜ ਤੇ ਆਪਾਂ ਬਣਾਣੇ ਬਣਾਉਣਾ ਠੀਕ ਹੈ ਪਰ ਸਾਡੇ ਕੋਲ ਆਪਸ਼ਨ ਹੈਗੀਆਂ ਬਣੀਆਂ ਕਰਨ ਦੀਆਂ ਪਰ ਇਦਾਂ ਕਿਦਾਂ ਹੋ ਗਿਆ ਕਿ ਤੁਹਾਡੀ ਬੋਲੀ ਚੇਂਜ ਕਰਕੇ ਬੁਰਜ ਨਹੀਂ ਬਣੀ ਠੀਕ ਹੈ ਇੱਕ ਬੜਾ ਮਤਲਬ ਅਜੀਬ ਜਿਹਾ ਤਰੀਕਾ ਹੈਗਾ ਅੱਛਾ ਠੀਕ ਆ ਕੁਝ ਮੇਰੇ ਸਵਾਲ ਹੋਰ ਹੈ ਜਿਹੜਾ ਆਪਾਂ ਇੱਥੇ ਗੱਲ ਕਰਨੀ ਤੁਸੀਂ ਲਿਖਿਆ ਬਲ ਨੰਬਰ 5 ਪੜ੍ਹੀ ਅੱਗੇ ਪੜ੍ਹੋ 5 ਤੋਂ 5 ਤੱਕ ਪੜ੍ਹ ਲੇਗੀ 6 ਤੋਂ ਯੋਵਾ ਨੇ ਆਖਿਆ ਕਿ ਵੇਖੋ ਇਹ ਲੋਕ ਇੱਕ ਹਨ ਉਹਨਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਉਹ ਇਹ ਕਰਨ ਲੱਗੇ ਹਨ ਜੋ ਕੁਝ ਉਹਨਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਹਨਾਂ ਅੱਗੇ ਨਹੀਂ ਅਟਕੇਗਾ। ਇੱਕ ਮਿੰਟ ਬਸ ਬੁਰਜ ਬਣਾਉਣ ਦਾ ਮਕਸਦ ਕੀ ਹੈ ਬੁਰਜ ਦਾ ਮਕਸਦ ਕੀ ਬਣਾਉਣ ਦਾ ਉਹਨਾਂ ਨੇ ਇੱਕ ਚਿੰਨ੍ਹ ਰੱਖਿਆ ਸੀਗਾ ਹਾਂਜੀ ਉਹਦੇ ਇੱਕ ਚਿੰਨ੍ਹ ਸੀਗਾ ਉਹਨਾਂ ਵਾਸਤੇ ਕਿ ਜਦੋਂ ਆਪਾਂ ਧਰਤੀ ਦੇ ਇੱਧਰ ਉੱਧਰ ਕੀਤੇ ਹੋਈਏ ਉਹਨੂੰ ਵੇਖ ਕੇ ਤੇ ਕੰਮ ਇਕੱਠੇ ਹੋ ਜਾਈਏ ਓਕੇ ਤੁਸੀਂ ਕੰਦੇ ਦੇਖ ਕੇ ਜੋ ਆਪਾਂ ਧਰਤੀ ਦੇ ਇੱਧਰ ਉੱਧਰ ਹੋਈਏ ਤੇ ਉਹਨੂੰ ਵੇਖ ਕੇ ਆਪਾਂ ਉਹਦੇ ਕੋਲ ਆਈ ਹਨਾ ਬਾਈਬਲ ਜਿਸ ਤਰ੍ਹਾਂ ਓਕੇ ਹੁਣ ਜਿਹੜਾ ਬੁਰਜ ਹੈਗਾ ਵਾ ਉਹ ਤੁਹਾਡੀ ਪ੍ਰੋਬਲਮ ਕਿਦਾਂ ਸੋਲਵ ਕਰੂਗਾ ਕਿ ਬੁਰਜ 'ਚ ਕੀ ਇਦਾਂ ਖਾਸ ਹੈਗਾ ਕਿ ਲੋਕੀ ਉੱਥੇ ਜੁੜੇ ਰਹਿਣਗੇ ਮਤਲਬ ਕਿ ਉਹ ਉਚਾਈ ਤੋਂ ਸਾਹਮਣੇ ਦਿਖ ਸਕਦਾ ਹੈ ਓਕੇ ਜੇ ਲੋਕੀ ਤੁਸੀਂ ਚਾਹੁੰਦੇ ਜੇ ਨਾ ਵਿਖਰਨ ਹਨਾ ਤੁਹਾਡੀ ਮੇਨ ਪ੍ਰੋਬਲਮ ਕੀ ਹੈ ਕਿ ਲੋਕੀ ਨਾ ਵਿਖਰਨ ਤੁਸੀਂ ਕਰੋਗੇ ਤੇ ਆਸੇ ਪਾਸੇ ਕੀ ਕਰ ਦੋ ਚਾਰੋਂ ਪਾਸੇ ਚਾਰ ਦੀਵਾਰੀ ਕਰ ਦੋ ਹਨਾ ਕਿਲਾ ਬਣਾ ਦੋ ਸ਼ਹਿਰ ਕਰ ਦੋ ਚਾਰ ਦੀਵਾਰੀ ਕਰ ਦੋ ਤੇ ਆਪਾਂ ਸੈਂਟਰ ਦੇ ਵਿੱਚ ਇੱਕ ਇੰਡਸਟਰੀ ਬਣਾਉਂਦੇ ਬੜੀ ਵੱਡੀ ਇੰਡਸਟਰੀ ਬਣਾਉਂਦੇ ਜਿਹਦੇ ਕਰਕੇ ਲੋਕੀ ਕੰਮ ਵਾਸਤੇ ਜਾਣਗੇ ਨਹੀਂ ਜਾਣਗੇ ਇਦਾਂ ਦਾ ਕੁਝ ਕਰ ਦੋ ਜਿਹਦੇ ਨਾਲ ਲੱਗ ਨਹੀਂ ਦੇਣ ਡਿਆ ਰੱਬ ਦੀ 4 ਵਾਰੀ ਕਿਦਾਂ ਬਣੂਗਾ ਹਾਂਜੀ ਮੈਂ ਕਿਹਾ ਟੀਸੀ ਤੱਕ ਤੇ ਬਣ ਨਹੀਂ ਦੇਣ ਡਿਆ 4 ਵਾਰੀ ਕਿਦਾਂ ਬਣੂਗਾ ਮੈਂ ਕਹਿੰਦਾ ਕਿ ਟੀਸੀ ਕਿਉਂ ਨਹੀਂ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੇ ਉੱਪਰ ਤਾਂ ਮਤਲਬ ਚਾਰ ਦੀਵਾਰੀ ਕਿਉਂ ਨਹੀਂ ਬਣਾਉਣੀ ਸ਼ੁਰੂ ਕੀਤੀ ਟੀਸੀ ਕਿਉਂ ਬਣਾਉਣੀ ਸ਼ੁਰੂ ਕਰ ਦਿੱਤੀ ਅੱਛਾ ਇਹ ਮੇਰਾ ਸਵਾਲ ਹੈਗਾ ਕਿਉਂਕਿ ਪ੍ਰੋਬਲਮ ਕੀ ਹੈ 11 ਦੀ 4 ਵਿੱਚ ਕੀ ਲਿਖਿਆ ਫਿਰ ਉਹਨਾਂ ਨੇ ਕੀ ਕਿਹਾ ਸੀ ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਤੇ ਇੱਕ ਬੁਰਜ ਬਣਾਈਏ ਜਿਸ ਦੀ ਟੀਸ਼ੀ ਆਕਾਸ਼ੀ ਹੋਵੇ ਅਤੇ ਆਪਣੇ ਇੱਕ ਨਾਮ ਕੱਢੀਏ ਅਜਿਹਾ ਨਾ ਹੋਵੇ ਕਿ ਅਸੀਂ ਸਾਰੀ ਧਰਤੀ ਤੇ ਖਿੰਡ ਜਾਈਏ। ਓਕੇ ਬੁਰਜ ਬਣਾਉਣ ਦਾ ਮਕਸਦ ਕੀ ਹੈ ਦੋ ਮਕਸਦ ਹੈਗੇ ਕੀ ਇੱਕ ਆਪਣਾ ਨਾਮ ਦੂਸਰਾ ਦੂਜਾ ਮਤਲਬ ਪੂਰੀ ਧਰਤੀ ਤੇ ਫੈਲਣਾ ਨਹੀਂ ਪੂਰੀ ਧਰਤੀ ਫੈਲਣਾ ਚਾਹੀਏ ਹੁਣ ਆਪਾਂ ਇਹ ਗੱਲ ਕਰਦੇ ਪਏ ਕਿ ਪ੍ਰੋਬਲਮ ਸੋਲਵ ਕਿੱਦਾਂ ਹੋਵੇ ਪ੍ਰੋਬਲਮ ਕੀ ਇਹਨਾਂ ਦੀ ਲੋਕੀ ਵੱਖਰੇ ਨਾ ਹੋਣ ਲੋਕੀ ਵਿਖਰਨ ਨਾ ਲੋਕਾਂ ਨੂੰ ਇੱਕੋ ਜਗ੍ਹਾ ਤੇ ਰੱਖਣਾ ਤੇ ਉਹਨਾਂ ਨੇ ਮਕਸਦ ਹੀ ਕੱਢਿਆ ਆਪਾਂ ਕੀ ਕਰੀਏ ਮੰਨ ਲਓ ਤੁਸੀਂ ਮੀਟਿੰਗ 'ਚ ਹੈਗੇ ਆਪਾਂ ਸਾਰੇ ਮੀਟਿੰਗ ਕਰਦੇ ਪਏ ਨਾ ਤੇ ਤੁਸੀਂ ਚਾਹੁੰਦੇ ਯਾਰ ਲੋਕੀ ਨਾ ਕੋਈ ਪਿੰਡਾਂ 'ਚ ਜਾਂਦਾ ਇੱਧਰ ਜਾਂਦਾ ਬੜਾ ਮੁਸ਼ਕਲ ਹੁੰਦੀ ਹੈ ਆਪਾਂ ਲੋਕਾਂ ਨੂੰ ਇਕੱਠੇ ਰੱਖਣਾ ਠੀਕ ਹੈ ਇੱਕ ਬੰਦਾ 'ਚ ਬੋਲਦਾ ਭਾਈ ਆਪਾਂ ਏਦਾਂ ਕਰੀਏ ਆਪਾਂ ਸੈਂਟਰ 'ਚ ਨਾ ਕੁਛ ਬੁਰਜ ਖੜਾ ਕਰ ਲੈਂਦੇ ਤੁਸੀਂ ਹੱਸਣਾ ਤੇ ਹਨਾ ਠੀਕ ਹੈ ਨਾ ਚਦਾਈਆ ਏਦਾਂ ਕਿੱਦਾਂ ਹੋ ਜਾਊਗਾ ਬੁਰਜ ਖੜਾ ਕਰਨ ਦਾ ਲੋਕੀ ਇੱਥੇ ਜੁੜ ਜਾਣਗੇ ਬੁਰਜ 'ਚ ਚੁੰਬਕ ਥੋੜੀ ਲੱਗੇਗੀ ਲੋਕੀ ਉਹ ਲਾਣਗੇ ਠੀਕ ਹੈ ਤੇ ਕਹੋਗੇ ਬੈਡ ਆਈਡੀਆ ਆ ਨਹੀਂ ਮੈਟਰ ਕਰਦਾ ਕੁਝ ਹੋਰ ਆਈਡੀਆ ਲਿਆਓ ਠੀਕ ਹੈ ਫਿਰ ਉਹ ਜਿਹੜੀ ਸੀ ਆਪਾਂ ਗੱਲ ਕੀਤੀਆਂ ਕਿ ਕੰਮ ਕਰ ਲਿਆਓ ਪੈਸਾ ਲਿਆਓ ਚੀਜ਼ਾਂ ਹੋਰ ਲਿਆਓ ਲੋਕੀ ਆਕਰਸ਼ਿਤ ਹੋਣ ਲੋਕੀ ਆਣ ਠੀਕ ਹੈ ਕੋਈ ਦੀ ਵਧੀਆ ਟੂਰਿਸਟ ਸਪੌਟ ਬਣਾਓ ਇਦਾਂ ਦੀ ਲੋਕੀ ਜੁੜੇ ਰਹਿਣ ਪੈਸਾ ਲੋਕਾਂ ਨੂੰ ਮਿਲੇ ਹਨਾ ਕੁਛ ਇਦਾਂ ਚੀਜ਼ਾਂ ਲਿਆਓ ਆ ਕੇ ਆਈਡੀਆ ਹੈਗਾ ਕਿ ਬੁਰਜ ਖੜਾ ਕਰੀਏ ਲੋਕੀ ਜੁੜੇ ਰਹਿਣ ਠੀਕ ਹੈ ਸਭ ਤੋਂ ਪਹਿਲਾ ਸਵਾਲ ਕਿ ਇੰਪੋਰਟੈਂਟ ਮਤਲਬ ਜਦ ਤੁਸੀਂ ਪੜ੍ਹੋਗੇ ਤੁਸੀਂ ਕਹੋਗੇ ਯਾਰ ਉਦੋਂ ਲੋਕੀ ਸਦਾਈ ਹੁੰਦੇ ਸੀ ਇਦਾਂ ਚੀਜ਼ਾਂ ਸੋਚਦੇ ਕਿ ਲੋਕੀ ਜੁੜੇ ਰਹਿਣ ਪਰ ਦੇਖੋ ਐਕਚੁਅਲੀ ਸਦਾਈ ਨਹੀਂ ਐਕਚੁਅਲੀ ਕੀ ਕਰ ਸਕਦੇ ਹੋ ਜਿਹੜੀ ਆਪਾਂ ਗੱਲ ਕਰਨੀ ਅੱਛਾ ਠੀਕ ਆ ਅੱਗੇ ਚਲੋ ਫਿਰ 6 ਵਰਸ ਆਓ ਅਸੀਂ ਉਤਰੀਏ ਅਤੇ ਉੱਥੇ ਉਹਨਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦਈਏ ਕਿ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ ਤਾਂ ਜੋ ਆਦੇ ਉਹਨਾਂ बस जे तो वर्ष नंबर 6 पढ़ोगे तो लिखा और यहोवा ने कहा मैं क्या देखता हूँ सब एक ही दल के हैं और बादशाह भी उन सब की एक ही है और उन्होंने ऐसा ही काम भी आरंभ किया और अब जो कुछ वे करने का यत्न करेंगे उसमें से कुछ भी उनके लिए अनहोना ना होगा। ਹੁਣ ਸਵਾਲ ਆਉਂਦਾ ਕਿ ਪਰਮੇਸ਼ਵਰ ਨੇ ਆ ਚੀਜ਼ਾਂ ਵੇਖੀਆਂ ਪਰਮੇਸ਼ਵਰ ਕਿਉਂ ਏਦਾਂ ਡਰ ਗਏ ਕਿ ਲੋਕੀ ਆ ਕਰਨ ਲੱਗ ਪਏ ਆ ਤੇ ਹੁਣ ਇਹ ਕਿਤੇ ਪਹੁੰਚ ਜਾਣਗੇ ਕਿਉਂਕਿ ਉਹਨਾਂ ਦਾ ਮਕਸਦ ਕੀ ਹੈ ਆਪਾਂ ਕਿੱਥੇ ਤੱਕ ਪਹੁੰਚਣਾ ਆਕਾਸ਼ ਤੱਕ ਨਾ ਸਵਰਗ ਉਹ ਤੱਕ ਪਹੁੰਚਣਾ ਹੁਣ ਪਰਮੇਸ਼ਵਰ ਦਾ ਕਿਉਂ ਸੋਚਦੇ ਪਏ ਕਿ ਇਨਸਾਨ ਇਦਾਂ ਨਹੀਂ ਹੋਣ ਦੇਣਾ ਨਹੀਂ ਤੇ ਇਨਸਾਨ ਪਹੁੰਚ ਜਾਊਗਾ ਉੱਥੇ ਤੱਕ ਕਿੱਦਾਂ ਕਿਉਂ ਕੀ ਪਰਮੇਸ਼ਵਰ ਡਰ ਗਏ ਇੱਕ ਹੋਰ ਚੀਜ਼ ਕੀ ਵੇਖੋਗੇ ਵਰਸ ਨੰਬਰ 7 ਵਿੱਚ ਆਓ ਅਸੀਂ ਉਤਰੀਏ ਅਤੇ ਉੱਥੇ ਉਹਨਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦਈਏ ਕਿ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ परमेश्वर ने क्या आओ आप उतरिए हुण की होगा परमेश्वर की करूगा ऊपरों उतरूगा है ना कादे वास्ते
ਉਹਨਾਂ ਦੀ ਬੋਲੀ ਨੂੰ ਚੇਂਜ ਕਰਨ ਲਈ ਪਰਮੇਸ਼ਵਰ ਆਪਣਾ ਬੋਲੀ ਨਹੀਂ ਚੇਂਜ ਕਰ ਸਕਦੇ ਕਰ ਸਕਦੇ ਠੀਕ ਹੈ ਉਤਰ ਕੇ ਕੀ ਕਰਨਾ ਆਓ ਆਪਾਂ ਉਤਰੀਏ ਠੀਕ ਹੈ ਤੇ ਕੌਣ ਆਓ ਇੱਕ ਤਾਂ ਵੱਧ ਗਿਆ ਨਾ ਕੌਣ ਠੀਕ ਹੈ ਕਾਫੀ ਵੱਡਾ ਟੌਪਿਕ ਆਪਾਂ ਜੇ ਟਾਈਮ ਮਿਲਿਆ ਆਪਾਂ ਅਗਲੀ ਵਾਰ ਇਹਨੂੰ ਹੋਰ ਵਿੱਚ ਗੱਲ ਕਰਾਂਗੇ ਪਰ ਮੇਨ ਟੌਪਿਕ ਹੈਗੇ ਆਓ ਆਪਾਂ ਉਤਰੀਏ ਦੂਸਰੀ ਚੀਜ਼ ਆਪਾਂ ਗੱਲ ਕੀਤੀ ਪਰਮੇਸ਼ਵਰ ਕਿਉਂ ਲੱਗਦਾ ਪਿਆ ਕਿ ਇਨਸਾਨ ਉੱਪਰ ਤੱਕ ਪਹੁੰਚ ਜਾਊਗਾ ਠੀਕ ਹੈ ਮੰਨ ਲਓ ਤੁਸੀਂ ਪਰਮੇਸ਼ਵਰ ਜਗ੍ਹਾ ਤੇ ਵੇਖਿਆ ਲੋਕੀ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਤੁਸੀਂ ਕੀ ਕਰੋਗੇ ਤੁਸੀਂ ਦੱਸੋਗੇ ਨਾ ਠੀਕ ਹੋਏ ਮੂਰਖ ਹੈਗੇ ਕਰਨ ਦੀ ਕੋਸ਼ਿਸ਼ ਕਰਦੇ ਪਏ ਪਰ ਕਿ ਨਹੀਂ ਬੰਦਾ ਮੈਨੂੰ ਠੀਕ ਹੈ ਪਰ ਪਰਮੇਸ਼ਵਰ ਨੇ ਕੀ ਕਿਹਾ ਆਓ ਆਪਾਂ ਉਤਰੀਏ ਪਰਮੇਸ਼ਵਰ ਨੇ ਕਿਤੇ ਆ ਕਿਹਾ ਵੀ ਉਹ ਗਲਤ ਕਰਦੇ ਪਏ ਆ ਕਿਤੇ ਆ ਕਿਹਾ ਕਿ ਗਲਤ ਕਰਦੇ ਪਏ ਹੋ ਨਹੀਂ ਕਿਹਾ ਨਾ ਬਰਜਨਾਨ ਚ ਕੀ ਪ੍ਰੋਬਲਮ ਹੈ ਕੋਈ ਪ੍ਰੋਬਲਮ ਨਹੀਂ ਕੁਝ ਨਹੀਂ ਕਿਹਾ ਪਰ ਪਰਮੇਸ਼ਵਰ ਨੇ ਫਿਰ ਆ ਕਿਉਂ ਕਿਹਾ ਕਿ ਇਹਨੂੰ ਆਪਾਂ ਭਾਸ਼ਾ ਚੇਂਜ ਕਰ ਦਈਏ ਕਿਉਂਕਿ ਇਹ ਚੀਜ਼ ਦੇਖੋ ਵਰਸ ਨੰਬਰ 8 ਦੇ ਵਿੱਚ ਤਾਂ ਜੋ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਦੇ ਉੱਤੇ ਖਿਲਾ ਦਿੱਤਾ ਸੋ ਉਹ ਸ਼ਹਿਰ ਦੇ ਬਣਾਉਣ ਤੋਂ ਹਟ ਗਏ ਉਹ ਸ਼ਹਿਰ ਬਣਾਉਣ ਤੋਂ ਹਟ ਗਈ ਹੁਣ ਬੁਰਜ ਤੋੜਿਆ ਨਹੀਂ ਹੈਗਾ ਕੀ ਕੀਤਾ ਉਹਨਾਂ ਨੇ ਉਹਨਾਂ ਨੂੰ ਖਿਲਾਰਤਾ ਤੇ ਉਹਨਾਂ ਨੇ ਕੀ ਕਰਤਾ ਬੁਰਜ ਨੂੰ ਬਣਾਉਣਾ ਛੱਡਤਾ ਠੀਕ ਹੈ ਧਿਆਨ ਦਿਓ ਇਹਦਾ ਮਤਲਬ ਪ੍ਰੋਬਲਮ ਕਿਚ ਨਹੀਂ ਹੈਗੀ ਬੁਰਜ 'ਚ ਪ੍ਰੋਬਲਮ ਨਹੀਂ ਹੈਗੀ ਹਨਾ ਬੁਰਜ ਤੋੜਿਆ ਨਹੀਂ ਹੈਗਾ ਪ੍ਰੋਬਲਮ ਕਿਚ ਹੈਗੀ ਕੁਝ ਪ੍ਰੋਬਲਮ ਹੈਗੀ ਜਿਹੜੀ ਕਿ ਸਾਨੂੰ ਸਮਝ ਲੱਗਦੀ ਪਈ ਜਿਹੜੀ ਸਾਨੂੰ ਸਮਝ ਨਹੀਂ ਆ ਕਿ ਪਰਮੇਸ਼ਰ ਕਹਿਣਾ ਨਹੀਂ ਚਾਹੁੰਦੇ ਉੱਥੇ ਠੀਕ ਹੈ ਲੋਕਾਂ ਦੇ ਵਿੱਚ ਕਿਉਂਕਿ ਘਮੰਡੀ ਨੇ ਹਾਂਜੀ ਆਪਣੇ ਆਪ ਨੂੰ ਉੱਚਾ ਕਰਨਾ ਚਾਹੁੰਦੇ ਓਕੇ ਇੱਕ ਆ ਗਈ ਚੀਜ਼ ਪਰ ਆਪਾਂ ਕੁਝ ਹੋਰ ਚੀਜ਼ਾਂ ਦੇ ਨਾਲ ਦੇਖਦੇ ਹਾਂ ਹੋਰ ਠੀਕ ਕੁਝ ਅੱਛਾ ਅਗਲੀ 9 ਨੰਬਰ ਵਰਸ ਇਸ ਕਾਰਨ ਉਹਨਾਂ ਨੇ ਉਹਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਜੋ ਨੇ ਸਾਰੀ ਧਰਤੀ ਦੀ ਬੋਲੀ ਉਲਟ ਕਰ ਦਿੱਤੀ ਉੱਥੋਂ ਜੋ ਨੇ ਉਹਨਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ਓਕੇ ਹੁਣ ਦੇਖੋ ਐਂਡ ਵਿੱਚ ਕੀ ਲਿਖਿਆ 9 ਨੰਬਰ ਵਰਸ ਵਿੱਚ ਪਰਮੇਸ਼ਰ ਨੇ ਕੀ ਕੀਤਾ ਉਹ ਸਾਰੀ ਧਰਤੀ ਦੇ ਖਿੰਡਾ ਦਿੱਤਾ ਸਾਰੀ ਧਰਤੀ ਦੇ ਨਾਤਾ ਪਰ ਨਾ ਬੋਲੀ ਦਾ ਕੀ ਲਿਖਿਆ ਬੋਲੀ ਉਲਟ ਕਰਤੀ ਇੱਥੇ ਬਾਬਲ ਦੀ ਸਟੋਰੀ ਜਿਹੜੇ ਬੁਰਜ ਦੀ ਸਟੋਰੀ ਖਤਮ ਹੋ ਜਾਂਦੀ ਹਨਾ ਸਿਰਫ 9 ਵਰਸੇ ਹੈਗੀਆਂ ਤੁਸੀਂ ਸੋਚੋ ਜੇ ਅੱਜ ਦੇ ਟਾਈਮ 'ਚ ਇਦਾਂ ਹੁੰਦਾ ਕਿ ਇੱਕ ਭਾਸ਼ਾ ਹੁੰਦੀ ਤੇ ਬੁਰਜ ਬਣਿਆ ਇੱਕ ਦਿਨ ਆਇਆ ਬੋਲੀਆਂ ਚੇਂਜ ਹੋ ਗਈਆਂ ਅਗਲੇ ਦਿਨ ਕੀ ਹੋਣਾ ਸੀ ਜੇ ਅੱਜ ਦੇ ਟਾਈਮ 'ਚ ਹੁੰਦਾ ਅਖਬਾਰਾਂ ਭਰੀਆਂ ਹੋਣੀਆਂ ਪੂਰੀਆਂ ਹਨਾ ਲੈਂਗੁਏਜ ਚੇਂਜ ਵੱਡੀ ਵੱਡੀ ਹੈਡਲਾਈਨ ਬਣੀਆਂ ਠੀਕ ਹੈ ਉੱਤੇ ਲਿਖਿਆ ਹੋਣਾ ਸੀ 1 ਵਰਲਡ 1 ਆਰਡਰ ਗੋਲ ਮਲਟੀਪਲ ਲੈਂਗੁਏਜ ਠੀਕ ਹੈ ਟਾਵਰ ਆਫ ਬੇਬਲ ਅਖਬਾਰਾਂ ਇੰਟਰਨੈਟ ਫੋਟੋਜ਼ ਵੀਡੀਓਜ਼ ਸਭ ਭਰਿਆ ਹੋਣਾ ਨਾ ਪਰ ਬਾਈਬਲ ਹੀ ਕਰਦੀ ਪਈ ਇੰਨੇ ਵੱਡੇ ਇਵੈਂਟ ਨੂੰ ਜਿੱਥੇ ਸਾਰੀ ਬੋਲੀਆਂ ਚੇਂਜ ਹੋ ਗਈਆਂ ਉੱਥੇ ਸਿਰਫ 9 ਵਰਸੇ ਵਿੱਚ ਦੱਸਦਾ ਸਿਰਫ 9 ਵਰਸੇ ਠੀਕ ਹੈ ਹੁਣ ਇਦਾਂ ਕਿਉਂ ਮਤਲਬ ਤੇ ਥੋੜਾ ਹੋਰ ਐਕਸਪਲੇਨ ਕਰੋ ਤੇ ਕੀ ਹੋਇਆ ਸਾਨੂੰ ਸਮਝ ਲੱਗੀ ਪਰ ਜੇ ਧਿਆਨ ਰੱਖੋਗੇ ਐਂਡਲੀ ਵਰਸ ਵਿੱਚ ਕੀ ਲਿਖਿਆ ਹੈ ਕਿ ਭਾਸ਼ਾ ਕੀ ਹੋ ਗਈ ਆ ਉਲਟ ਹੋ ਗਈ ਐਂਡਲੀ ਵਰਸ ਵਿੱਚ ਤੇ ਜੇ ਧਿਆਨ ਰੱਖੋਗੇ ਤੇ ਜਿੱਥੇ ਸ਼ੁਰੂਆਤ ਹੋਈ ਉੱਥੇ ਕੀ ਲਿਖਿਆ ਸੀ ਉੱਥੇ ਕੀ ਭਾਸ਼ਾ ਕੀ ਸੀ ਉੱਥੇ ਇੱਕ ਹੀ ਭਾਸ਼ਾ ਹੈ ਇਹਦਾ ਮਤਲਬ ਕੀ ਆ ਕਿ 1 ਨੰਬਰ ਵਰਸ ਵਿੱਚ ਇੱਕ ਭਾਸ਼ਾ ਵਾ ਤੇ ਐਂਡਲੀ ਵਰਸ ਵਿੱਚ ਜਿੱਥੇ ਬਬਲ ਤੋਂ ਖਤਮ ਹੁੰਦਾ ਉੱਥੇ ਬਦਲੀ ਭਾਸ਼ਾ ਨਹੀਂ ਜ਼ਿਆਦਾ ਭਾਸ਼ਾ ਠੀਕ ਹੈ ਇਹ ਮਤਲਬ ਕੀ ਹੈ ਕਿ ਭਾਸ਼ਾ ਦੇ ਵਿੱਚ ਹੀ ਸਭ ਕੁਝ ਲਾਈ ਕਰਦਾ ਪਿਆ ਠੀਕ ਹੈ ਇਹ ਮਤਲਬ ਕੀ ਆ ਕਿ ਉੱਪਰ ਵੀ ਭਾਸ਼ਾ ਵਾ ਥੱਲੇ ਵੀ ਭਾਸ਼ਾ ਥੱਲੇ ਜ਼ਿਆਦਾ ਭਾਸ਼ਾ ਤੇ ਸੈਂਟਰ ਵਿੱਚ ਸਾਰੀ ਸਟੋਰੀ ਜਿਹੜੇ ਆਪਾਂ ਸਮਝਣੀ ਠੀਕ ਹੈ ਤੇ ਫਿਰ ਆਪਾਂ ਇਹ ਗੱਲ ਕਰਦੇ ਪਏ ਕਿ ਲੈਂਗੁਏਜ ਦਾ ਰੋਲ ਕੀ ਹੈ ਮਿਕਸ ਲੈਂਗੁਏਜ ਵਿੱਚ ਠੀਕ ਹੈ ਤੇ ਆਪਾਂ ਵੇਖਿਆ ਕਿ ਪਰਮੇਸ਼ਰ ਨੇ ਕੀ ਕੀਤਾ ਭਾਸ਼ਾ ਨੂੰ ਇਸਤੇਮਾਲ ਕੀਤਾ ਪਰਮੇਸ਼ਰ ਨੇ ਹਥਿਆਰ ਯੂਜ਼ ਕੀਤਾ ਭੁਚਾਲ ਨਹੀਂ ਗੜੀ ਮਾਰੀ ਨਹੀਂ ਕੁਝ ਹੋਰ ਨਹੀਂ ਕੀ ਯੂਜ਼ ਕੀਤੀ ਲੈਂਗੁਏਜ ਕਿ ਲੈਂਗੁਏਜ ਜਿਹੜੀ ਹੈਗੀ ਆ ਇਹ ਇਹਨਾਂ ਦੀ ਚੇਂਜ ਕਰਨੀ ਪੈਣੀ ਠੀਕ ਹੈ ਓਕੇ ਹੁਣ ਅੱਗੇ ਚਲੋ ਇੱਕ ਵਾਰ ਫੇਰ ਵਰਸ ਨੰਬਰ 2 11 ਤੇ ਇਹ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੂੰ ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ ਓਕੇ ਅੱਗੇ ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ ਸੋ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ ਇੱਕ ਮਿੰਟ ਹੁਣ ਕੀ ਲਿਖਿਆ ਉਹਨਾਂ ਦੇ ਕੋਲ ਕੀ ਸੀ ਉਹਨਾਂ ਕੋਲ ਕੀ ਸੀ ਸਮਾਨ ਇੱਟਾਂ ਕਿਹਦੀ ਜਗ੍ਹਾ ਪੱਥਰਾਂ ਦੀ ਥਾਂ ਪੱਥਰਾਂ ਦੀ ਥਾਂ ਇੱਟਾਂ ਤੇ ਚੂਨੇ ਦੀ ਥਾਂ ਗਾਰਾ ਚੂਨੇ ਦੀ ਥਾਂ ਗਾਰਾ ਓਕੇ ਹੁਣ ਇੱਕ ਮਿੰਟ ਧਿਆਨ ਨਾਲ ਸੋਚੋ ਫਿਰ ਧਿਆਨ ਨਾਲ ਸੋਚੋ ਬੜੇ ਸੋਚਣਾ ਕਿੰਨੀ ਵਰਸਿਸ ਹੈਗੀਆਂ ਟੋਟਲ ਬਾਬਲ ਦੇ ਬੁਰਜ ਦੀਆਂ ਸਟੋਰੀ ਦੀਆਂ 9 ਵਰਸਿਸ ਠੀਕ ਹੈ ਉਹਨਾਂ ਵਿੱਚੋਂ ਇੱਕ ਵਰਸ ਜਿਹੜੀ ਹੈਗੀ ਹੈ 3 ਨੰਬਰ ਵਰਸ ਉਹ ਦੱਸਦੀ ਕਿ ਉਹਨਾਂ ਕੋਲ ਕੀ ਕੀ ਸਮਾਨ ਹੈਗਾ ਇੱਟਾਂ ਹੈਗੀਆਂ ਗਾਰਾ ਹੈਗਾ ਠੀਕ ਹੈ ਹੁਣ ਬਾਈਬਲ ਇੱਕ 9ਵਾਂ ਹਿੱਸਾ ਮਤਲਬ 9 ਵਰਸੇ ਵਿੱਚੋਂ
ਇੱਕ ਵਰਸਾ ਉਹ ਪੜ੍ਹਦੇ ਮੇਰੇ ਇੱਕ ਨੌਵਾਂ ਹਿੱਸਾ ਇਹ ਕਿਉਂ ਦੱਸਦੀ ਪਈ ਹੈ ਕਿ ਉਹਨਾਂ ਕੋਲ ਆਹ ਸਮਾਨ ਸਾਰਾ ਹੈਗਾ। ਠੀਕ ਹੈ, ਇਹ ਦੱਸਣ ਦੀ ਲੋੜ ਕੀ ਹੈਗੀ ਕਿ ਉਹਨਾਂ ਕੋਲ ਇੱਟਾਂ ਵੀ ਹੈਗੀਆਂ, ਉਹਨਾਂ ਕੋਲ ਗਾਰਾ ਵੀ ਹੈਗਾ। ਕਿਉਂ ਕੀ ਲੋੜ ਹੈਗੀ? ਸਿੱਧਾ ਕਹਿਣ ਬਣਾਤਾ ਸਾਨੂੰ ਸਮਝ ਆ ਜਾਊਗੀ ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਅਲਟੀਮੇਟਲੀ ਤੇ ਪੂਰਾ ਨਹੀਂ ਹੋਇਆ, ਅਲਟੀਮੇਟਲੀ ਤੇ ਬਣਿਆ ਨਹੀਂ ਹੈਗਾ। ठीक है, सो बाइबल एक वजह दी है कि उन्होंने को लास्ट मान भी है नहीं। ठीक है, पहली चीज ओके। अच्छा हुण एक और चीज को कह रहा थी हुण 4 ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਤੀਸਰੀ ਆਕਾਸ਼ਿਕ ਹੋਵੇ ਅਤੇ ਆਪਣਾ ਇੱਕ ਨਾਮ ਕੱਢੀਏ ਅਜਿਹਾ ਨਾ ਹੋਵੇ ਕਿ ਅਸੀਂ ਸਾਰੀ ਧਰਤੀ ਤੇ ਖਿੰਡ ਜਾਈਏ। एक मिनट ਹੁਣ ਧਿਆਨ ਨਾਲ ਸੋਚੋ, ਹੋਰ ਧਿਆਨ ਨਾਲ ਦੇਖੋ, ਹੋਰ ਇੱਕ ਡੀਪ ਸਵਾਲ। 3 ਨੰਬਰ ਵਰਸ ਵਿੱਚ ਕੀ ਲਿਖਿਆ ਸੀ ਨਾ? ਧਿਆਨ ਨਾਲ ਪੜੋ ਹੁਣ, ਜਿੱਥੇ ਤੇ ਨਹੀਂ ਹੋਰ ਕਰਦੇ ਉੱਥੋਂ ਸ਼ੁਰੂ ਕਰੋ। 3 ਨੰਬਰ ਵਰਸ ਕੀ ਲਿਖਿਆ? ਤਦ ਉਹਨਾਂ ਨੇ ਇੱਕ ਦੂਜੇ ਇਹਦਾ ਮਤਲਬ ਕੀ ਹੈ ਕਿ ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ, ਆਪਸ ਵਿੱਚ ਗੱਲਾਂ ਕੀਤੀਆਂ। ਓਕੇ, ਹੁਣ 4 ਦੀ ਪੜੋ ਸਟਾਰਟਿੰਗ। ਤਾਂ ਉਹਨਾਂ ਨੇ ਆਖਿਆ ਇੱਕ ਮਿੰਟ ਹੁਣ ਫੇਰ ਪੜੋ, ਹੁਣ ਕੀ ਲਿਖਿਆ? ਫਿਰ ਉਹਨਾਂ ਨੇ ਇੱਕ ਦੂਜੇ ਫੇਰ ਨਾਲ ਉਹਨਾਂ ਗੱਲ ਕਰਨ ਦੇ। ਹੁਣ ਬਾਰ-ਬਾਰ ਇਦਾਂ ਕਿ ਲਿਖਿਆ ਕਿ ਫੇਰ ਉਹਨਾਂ ਨੇ ਆਖਿਆ, ਫੇਰ ਉਹਨਾਂ ਨੇ ਆਖਿਆ। ਸਿੱਧਾ ਹੀ ਕਹਿਣ ਕਿ ਹਾਂ ਉਹਨਾਂ ਕੋਲ ਆਹ ਸਮਾਨ ਸੀ ਤੇ ਆ ਉਹਨਾਂ ਨੇ ਕਿਹਾ ਕਿ ਆਪਾਂ ਇਸ ਤੇ ਬਣਾਉਣਾ। ਇਦਾਂ ਕਿਉਂ ਲਿਖਿਆ ਕਿ ਫੇਰ ਉਹਨਾਂ ਨੇ ਆਖਿਆ? 2 ਵਾਰੀ ਕਿਉਂ ਆਇਆ ਕਿ ਉਹਨਾਂ ਨੇ ਇਦਾਂ ਆਖਿਆ? ਕਿਉਂਕਿ ਵਿੱਚ ਤੇ ਕੋਈ ਬੋਲਿਆ ਨਹੀਂਗਾ। ਇਹ ਤਾਂ ਹੈਗਾ ਨਹੀਂ ਕਿ ਤੀਜਾ ਬੰਦਾ ਬੋਲਦਾ ਪਿਆ ਤੇ ਉਹ ਫੇਰ ਆਖਦੇ ਪਏ, ਗੱਲ ਤੇ ਇੱਕੋ ਚੱਲਦੀ ਪਈ। ਠੀਕ ਹੈ, ਛੋਟੇ ਛੋਟੇ ਪੁਆਇੰਟ ਹੈਗੇ ਤੇ ਨੋਟ ਕਰਨੇ ਕਿ ਬਾਈਬਲ ਇਦਾਂ ਕਰਦੀ ਪਈ, ਫੇਰ ਉਹਨਾਂ ਨੇ ਆਖਿਆ, ਫੇਰ ਉਹਨਾਂ ਨੇ ਆਖਿਆ। ਓਕੇ ਅੱਗੇ ਫਿਰ 3 ਨੰਬਰ ਬਸ। ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ। ਸੋ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਤੇ ਚੂਨੇ ਦੀ ਥਾਂ ਗਾਰਾ ਸੀ। ਓਕੇ, 3 ਨੰਬਰ ਵਰਸ ਤੇ ਸਾਡੇ ਕੋਲ ਫੇਰ ਇੱਟਾਂ ਗਾਰਾ ਦੀ ਸਟੋਰੀ ਆ ਗਈ। 4 ਨੰਬਰ ਵਰਸ ਚ ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ ਜਿਸ ਦੀ ਤੀਸਰੀ ਆਕਾਸ਼ਿਕ ਹੋਵੇ ਅਤੇ ਆਪਣਾ ਇੱਕ ਨਾਮ ਕੱਢੀਏ ਅਜਿਹਾ ਨਾ ਹੋਵੇ ਕਿ ਅਸੀਂ ਸਾਰੀ ਧਰਤੀ ਤੇ ਖਿੰਡ ਜਾਈਏ। ਬਸ ਆਮੀਨ। ਹੁਣ ਤੁਹਾਡੇ ਚ ਕੋਈ ਨਾ ਮੈਂ ਦੱਸੂਗਾ 3 ਨੰਬਰ ਵਰਸ ਤੇ 4 ਨੰਬਰ ਵਰਸ ਚ ਗਲਤੀ ਕੀ ਹੈਗੀ? ਇੱਕ ਗਲਤੀ ਹੈਗੀ ਬੜੀ ਵੱਡੀ। ਆਪਣੇ ਬਾਰੇ ਵੀ ਗੱਲ ਕੀਤੀ ਆ ਹਾਂਜੀ ਕਿ ਆਪਣੇ ਬਾਰੇ ਦੱਸ ਦੇ ਕਿ ਨਾ, ਇੱਕ ਖਾਸ ਗਲਤੀ ਹੈਗੀ ਜਿਹਦੀ ਧਿਆਨ ਨਾਲ ਪੜੋਗੇ। ਮੈਂ ਤੁਹਾਨੂੰ ਹਿੰਟ ਵੀ ਦੇ ਦਿੱਤਾ ਕਿ 3 ਨੰਬਰ ਵਰਸ ਤੇ 4 ਨੰਬਰ ਵਰਸ ਵਿੱਚ ਦੋਨਾਂ ਚ ਢੇਲ ਬਣੀ ਇੱਕ ਚੀਜ਼, ਇੱਕ ਗਲਤੀ ਬੜੀ ਵੱਡੀ ਗਲਤੀ ਹੈਗੀ ਉਹ। ਠੀਕ ਹੈ, ਚਲੋ ਮੈਂ ਸ਼ੇਅਰ ਕਰ ਦਿੰਦਾ। 3 ਨੰਬਰ ਵਰਸ ਵਿੱਚ ਲਿਖਿਆ ਕਿ ਉਹਨਾਂ ਕੋਲ ਇੱਟਾਂ ਹੈਗੀਆਂ, ਗਾਰਾ ਹੈਗਾ। 4 ਨੰਬਰ ਵਰਸ ਵਿੱਚ ਲਿਖਿਆ ਕਿ ਉਹਨਾਂ ਦੇ ਕੋਲ ਕੀ ਹੈਗਾ ਵਾ? ਆਈਡੀਆ ਹੈਗਾ ਕਿ ਆਪਾਂ ਕੀ ਕਰਨਾ, ਆਪਾਂ ਸ਼ਹਿਰ ਬਣਾਉਣਾ ਨਾ। ਪਰ ਤੇ ਸੋਚੋ ਧਿਆਨ ਨਾਲ, ਮੰਨ ਲਓ ਕਿ ਮੈਂ ਕੋਈ ਪਲਾਨ ਲੈ ਕੇ ਨਾ ਮੈਂ ਕਹਿੰਦਾ ਆਪਾਂ ਨਾ ਇੱਕ ਵਧੀਆ ਮਾਰਕੀਟ ਬਣਾਈਏ। ਠੀਕ ਹੈ, ਮਾਰਕੀਟ ਕਾਹਦੇ ਬਣਾਈਏ ਤਾਂ ਕਿ ਲੋਕੀ ਜੁੜੇ ਰਹਿਣ ਤੇ ਲੋਕੀ ਇਕੱਠੇ ਰਹਿਣ। ਆਓ ਆਪਾਂ ਆਪਣੇ ਨਾਮ ਤੇ ਇੱਕ ਮਾਰਕੀਟ ਬਣਾਉਂਦੇ ਹਨਾ। ਆਪਾਂ ਫੇਰ ਮੀਟਿੰਗ 'ਚ ਬੈਠੇ ਆਪਾਂ ਬਣਾਈਏ ਇੱਕ ਚੀਜ਼ ਤੇ ਕੋਈ ਸਵਾਲ ਕਰੋਗੇ ਭਾਜੀ ਸਮਾਨ ਕਿੱਥੋਂ ਆਣਾ? ਆਪਾਂ ਕਹਾਂਗੇ ਲੈ ਇਹ ਕਿਹੜੀ ਗੱਲ ਹੈਗੀ, ਸਾਡੇ ਕੋਲ ਕੀ ਆ, ਇੱਟਾਂ ਵੀ ਹੈਗੀਆਂ ਤੇ ਗਾਰਾ ਵੀ ਹੈਗਾ। ਇਦਾਂ ਹੀ ਹੁੰਦਾ ਨਾ, ਆਪਾਂ ਕੋਈ ਵੀ ਚੀਜ਼ ਬਣਾਉਣੀ ਹੋਵੇ ਪਹਿਲਾਂ ਕੀ ਕਰਦੇ? ਹਾਂਜੀ, ਰॉ ਮਟੀਰੀਅਲ ਤੋਂ ਪਹਿਲਾਂ ਕੀ ਕਰਦੇ? ਆਹ ਨਹੀਂ ਕਰਦੇ ਰॉ ਮਟੀਰੀਅਲ ਸਟਾ ਲਿਆ ਫਿਰ ਕਹਿੰਦੇ ਅੱਛਾ ਰॉ ਮਟੀਰੀਅਲ ਸਟਾ ਲਿਆ ਹੁਣ ਦਾ ਕੀ ਬਣਾਈਏ। ਇਦਾਂ ਨਹੀਂ ਕਰਦੇ, ਕੀ ਕਰਦੇ? ਪਹਿਲਾਂ ਸੋਚ ਰਹੀ ਪਲਾਨ ਕਰ। ਪਹਿਲਾਂ ਤੁਹਾਡੇ ਕੋਲ ਪਲਾਨ ਹੁੰਦਾ ਹਨਾ, ਪਹਿਲਾਂ ਪਲਾਨ ਹੁੰਦਾ ਕਿ ਆਪਾਂ ਬਣਾਉਣਾ ਕੀ ਆ ਤੇ ਆਪਾਂ ਬਣਾਉਣਾ ਕਿਉਂ ਆ। ਉਸ ਤੋਂ ਬਾਅਦ ਚ ਕੀ ਕਰਦੇ ਜੀ? ਮਟੀਰੀਅਲ ਲੈਂਦੇ ਜੀ। ਇੱਥੇ ਕੀ ਹੁੰਦਾ ਪਿਆ? ਮਟੀਰੀਅਲ ਪਹਿਲਾਂ ਸਟਾ ਲਿਆ ਤੇ ਬਾਅਦ ਚੋਂ ਕਹਿਤਾ ਯਾਰ ਮਟੀਰੀਅਲ ਕਿੰਨਾ ਪਿਆ ਹੈਗਾ, ਹੁਣ ਆਪਾਂ ਕੀ ਕਰੀਏ? ਇੱਕ ਬੁਰਜ ਨਾ ਬਣਾ ਲਈਏ। ਗਲਤੀ ਲੱਗੀ ਨਾ ਵੱਡੀ ਯਾਰ, ਆ ਕੀ ਚੀਜ਼ ਹੈਗੀ? ਉਲਟਾ ਹੁੰਦਾ ਪਿਆ। ਵਰਸ ਨੰਬਰ 4 ਤੇ ਉੱਪਰ ਆਣੀ ਸੀ ਤੇ ਵਰਸ ਨੰਬਰ 3 ਥੱਲੇ ਆਣੀ। ਠੀਕ ਹੈ, ਪਹਿਲਾਂ ਉਹਨਾਂ ਕੋਲ ਪਲਾਨ ਹੁੰਦਾ ਆਪਾਂ ਇਦਾਂ ਕਰੀਏ ਤੇ ਉਸ ਤੋਂ ਬਾਅਦ ਕਹਿੰਦੇ ਚਲੋ ਆਓ ਸਾਡੇ ਕੋਲ ਇੱਟਾਂ ਵੀ ਹੈਗੀਆਂ ਵੀ ਆਪਾਂ ਪਲਾਨ ਬਣਾਉਂਦੇ ਆਪਾਂ ਬਣਾਉਂਦੇ। ਠੀਕ ਹੈ, ਪਰ ਇੱਥੇ ਉਲਟਾ ਹੁੰਦਾ ਪਿਆ, ਪਹਿਲਾਂ ਇਨਵੈਂਟਰੀ ਉਸ ਤੋਂ ਬਾਅਦ ਪਲਾਨ। ਠੀਕ ਹੈ, ਇਹ ਕਾਫੀ ਸਵਾਲ ਹੈ। ਤੁਸੀਂ ਵੇਖੋਗੇ ਮਤਲਬ ਕਿੰਨੇ ਸਾਰੇ ਸਵਾਲ ਹੈ ਜਿਹੜੇ ਸਾਨੂੰ ਬਾਈਬਲ ਦੇ ਸਾਨੂੰ ਸਮਝ ਲੱਗਦੀ ਵੀ ਯਾਰ ਚੱਲਦਾ ਪਿਆ, ਕਿਉਂਕਿ ਆਪਾਂ ਕਦੇ ਸੋਚਿਆ ਹੀ ਨਹੀਂ। ਆਪਾਂ ਸਿੰਪਲ ਹੀ ਸੋਚੀ ਅੱਛਾ ਠੀਕ ਆ ਬੁਰਜ ਬਣਾਉਂਦੇ ਪਏ ਸੀ, ਭਾਸ਼ਾ ਚੇਂਜ ਹੋ ਗਈ, ਉਹਨਾਂ ਦੀ ਗੱਲਬਾਤ ਨਹੀਂ, ਉਹਨਾਂ ਨੇ ਬੰਦ ਕਰਤਾ। ਠੀਕ ਹੈ, ਪਰ ਤੁਸੀਂ ਵੇਖੋਗੇ ਪਲਾਨ ਕੁਛ ਹੋਰ ਹੈਗੇ, ਇੱਥੇ ਹੋ ਕੀ ਰਿਹਾ, ਕੁਛ ਡਿਫਰੈਂਟ ਹੈਗਾ। ਠੀਕ ਹੈ, ਸੋ ਇੱਥੇ ਹੋਇਆ ਕੀ ਆ ਜਿਹੜੀ ਧਿਆਨ ਨਾਲ ਵੇਖੋਗੇ, ਜਿਹੜੀ ਸੇਮ ਹੁਣੇ ਵਰਸ ਇੱਕ ਗੱਲ ਕੀਤੀ ਕਿ 3 ਨੰਬਰ ਵਰਸ ਵਿੱਚ ਕੀ ਲਿਖਿਆ ਵਾ? ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਤੇ 4 ਨੰਬਰ ਵਰਸ ਵਿੱਚ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ। ਠੀਕ ਹੈ, ਇਹਦਾ ਮਤਲਬ ਕੀ ਹੈ? ਸਾਨੂੰ ਬਾਈਬਲ ਕੀ ਦੱਸਣਾ ਚਾਹੁੰਦੀ ਵੀ ਇੱਕ ਪਲਾਨ ਨਹੀਂ ਹੈਗਾ ਉਹਨਾਂ ਦਾ ਪਲਾਨ ਕੀ ਹੈ? 2 ਪਲਾਨ ਹੈਗੇ। ਪਹਿਲਾ ਪਲਾਨ ਕੀ ਹੈ? ਆਓ ਆਪਾਂ ਕੀ ਕਰੀਏ?
ਆਓ ਆਪਾਂ ਇੱਟਾਂ ਬਣਾਈਏ, ਆਓ ਆਪਾਂ ਘਰ ਬਣਾਈਏ। ਆ ਪਹਿਲਾ ਪਲਾਨ ਹੈਗਾ। ਇੱਥੇ ਲੋਕੀ ਵੱਖਰੀ ਗੱਲ ਕਰਦੇ ਪਏ। ਜਦੋਂ ਉਹਨੇ ਆਹ ਚੀਜ਼ ਬਣਾ ਲਈ ਫਿਰ ਉਹਨਾਂ ਦਾ ਵੱਖਰਾ ਪਲਾਨ ਸ਼ੁਰੂ ਹੋ ਗਿਆ, ਆਓ ਆਪਾਂ ਹੁਣ ਬੁਰਜ ਬਣਾਈਏ। ਠੀਕ ਹੈ, ਪਲਾਨ ਇੱਕ ਨਹੀਂ ਹੈਗਾ, ਪਲਾਨ 2 ਹੋ ਗਏ। ਇਸ ਲਈ ਉੱਥੇ ਲਿਖਿਆ, ਫਿਰ ਉਹਨਾਂ ਆਪਸ 'ਚ ਗੱਲ ਕੀਤੀ। ਠੀਕ ਹੈ, ਸੋ ਛੋਟੀ ਛੋਟੀ ਡੀਪ ਚੀਜ਼ਾਂ ਹੈਗੀਆਂ ਜੇ ਧਿਆਨ ਨਾਲ ਸਮਝਣਾ ਸ਼ੁਰੂ ਕਰੋ। ਮੈਨੂੰ ਇੱਕ ਚੀਜ਼ ਗੱਲ ਯਾਦ ਆ ਗਈ, ਅਮਰੀਕਾ ਦੇ ਵਿੱਚ ਜਦੋਂ ਕਿ ਇਨਸਾਨ ਚੰਦਰਮਾ 'ਤੇ ਪਹੁੰਚਿਆ ਸੀ, ਉਸ ਸਮੇਂ ਅਮਰੀਕਾ ਦਾ ਪ੍ਰਧਾਨ ਰਾਸ਼ਟਰਪਤੀ ਸੀ ਜੌਨ ਐਫ ਕੈਨੇਡੀ। ਉਹਨੇ ਕਿਹਾ ਸੀ ਆਪਾਂ ਚੰਦ 'ਤੇ ਪਹੁੰਚ ਗਏ ਹਾਂ, ਕਿਉਂ? ਬਿਕੋਜ਼ ਵੀ ਕੈਨ, ਕਿ ਆਪਾਂ ਪਹੁੰਚ ਸਕਦੇ। ਠੀਕ ਹੈ, ਇੱਥੇ ਵੀ ਇਹ ਚੀਜ਼ ਹੁੰਦੀ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਬਣਾਇਆ? ਵਰਸ ਨੰਬਰ 2 'ਚ, ਸੌਰੀ 3 'ਚ, ਉਹਨਾਂ ਨੇ ਪਹਿਲਾਂ ਕੀ ਬਣਾਇਆ? ਪੱਥਰਾਂ ਦੀ ਜਗ੍ਹਾ ਇੱਟਾਂ ਬਣਾ ਲਈਆਂ। ਪਹਿਲੀ ਇਨਵੈਂਸ਼ਨ ਹੈਗੀ ਆ, ਮਤਲਬ ਜਿੱਥੇ ਇਨਸਾਨ ਨੇ ਕੀ ਬਣਾ ਲਈਆਂ? ਇੱਟਾਂ ਬਣਾ ਲਈਆਂ। ਹੁਣ ਵੱਧਦਾ ਉਹ ਕੀ ਕਰਦਾ ਪਿਆ? ਕੀ ਬਣਾਉਂਦਾ ਪਿਆ? ਇੱਟਾਂ ਤੋਂ ਬਾਅਦ ਉਹਨੇ ਅਗਲੀ ਚੀਜ਼ ਇੱਕ ਹੋਰ ਬਣਾਈ। ਹਾਂਜੀ, ਗਾਰਾ ਬਣਾ ਲਿਆ ਉਹਨਾਂ ਨੇ। ਠੀਕ ਹੈ, ਸੀਮੈਂਟ ਬਣਾ ਲਿਆ ਉਹਨਾਂ ਨੇ। ਪਹਿਲਾਂ ਕੀ ਸੀ? ਚੂਨਾ। ਹੁਣ ਕੀ ਬਣਾ ਲਿਆ ਉਹਨਾਂ ਨੇ? ਹੁਣ ਉਹਨਾਂ ਨੇ ਗਾਰਾ ਸੀਮੈਂਟ ਬਣਾਉਣਾ ਸ਼ੁਰੂ ਕਰਤਾ। ਮਤਲਬ ਉਹ ਦੱਸਦੇ ਆ ਕਿ ਬਾਈਬਲ ਦੀ ਆ ਪਹਿਲੀ ਸਟੋਰੀ ਹੈਗੀ ਹੈ ਜਿਸ 'ਚ ਟੈਕਨੋਲੋਜੀ ਵੱਧਦੀ ਪਈ। ਜਿੱਦਾਂ ਦੀ ਟੈਕਨੋਲੋਜੀ ਵਧੀ ਹੁੰਦੀ, ਇੱਥੇ ਟੈਕਨੋਲੋਜੀ ਵੱਧਦੀ ਪਈ, ਲੋਕੀ ਇਨਸਾਨ ਬਣਾਉਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹਨੇ ਕੀ ਕਿਹਾ? ਹੁਣ ਆਪਾਂ ਕੀ ਕਰੀਏ? ਇੱਕ ਸ਼ਹਿਰ ਆਪਾਂ ਸ਼ਹਿਰ ਵੀ ਬਣਾ ਸਕਦੇ ਹਾਂ, ਜੇ ਆਪਾਂ ਇੱਟਾਂ ਬਣਾ ਸਕਦੇ ਹਾਂ, ਜੇ ਆਪਾਂ ਗਾਰਾ ਬਣਾ ਸਕਦੇ, ਸੀਮੈਂਟ ਬਣਾ ਸਕਦੇ, ਤਾਂ ਆਪਾਂ ਕੀ ਕਰ ਸਕਦੇ ਹਾਂ? ਆਪਾਂ ਵੀ ਬਣਾ ਸਕਦੇ ਹਾਂ। ਠੀਕ ਹੈ, ਮਤਲਬ ਪਲਾਨ ਕੁਛ ਹੋਰ ਹੈਗੇ, ਟੈਕਨੋਲੋਜੀ ਕੁਛ ਹੋਰ ਚੱਲਦੀ ਪਈ। ਇਸ ਲਈ ਪਰਮੇਸ਼ਰ ਨੇ ਕਿਹਾ ਕਿ ਉੱਤਰ ਕੇ ਮੈਂ ਵੇਖਾ ਬਣਾਉਂਦੇ ਕੀ ਪਈ। ਠੀਕ ਹੈ, ਤੇ ਆਓ ਇਹਨਾਂ ਦੇ ਬੋਲੀ ਚੇਂਜ ਕਰੀਏ। ਇਹ ਮਤਲਬ ਕੀ ਆ? ਸਟੋਰੀ ਕੁਛ ਹੋਰ ਆ ਜਿਹੜੀ ਕਿ ਆਪਾਂ ਸਮਝੇ ਨਹੀਂ। ਓਕੇ, ਅੱਗੇ ਚੱਲੋ। ਕੂਚ 1 ਚੈਪਟਰ 10 ਨੰਬਰ ਵਰਸ। ਆਓ ਅਸੀਂ ਉਹਨਾਂ ਨਾਲ ਹਿਕਮਤ ਨਾਲ ਵਰਤੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇੰਜ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫਿਰ ਇਸ ਦੇਸ਼ ਤੋਂ ਉਤਾਹਾਂ ਨੂੰ ਚਲੇ ਜਾਣ। ਇੱਕ ਮਿੰਟ, ਉਹਨਾਂ ਨੇ ਕੀ ਕਿਹਾ? ਫਿਰ ਉਹਨੇ ਕੀ ਕਿਹਾ? ਆਓ ਅਸੀਂ ਇਹਨਾਂ ਨਾਲ ਹਿਕਮਤ ਨਾਲ। ਤੁਹਾਨੂੰ ਆ ਕਿਤੇ ਵਰਸ ਵਰਡ ਆ ਯਾਦ ਆਉਂਦੇ ਪਏ ਜਿੱਥੇ ਨੇ ਕਿਹਾ ਆਓ ਆਪਾਂ ਇਦਾਂ ਕਰੀਏ? ਯਾਦ ਹੈ ਕਿਤੇ ਸਟੋਰੀ ਹੁਣ ਆਪਾਂ ਪੜ੍ਹੀ? ਹਾਂਜੀ। ਕਿਤੇ ਸੇਮ ਇਦਾਂ ਦੀ ਵਰਡਿੰਗ, ਆਓ ਆਪਾਂ ਆਹ ਕਰੀਏ। ਕਿਹੜੀ ਸਟੋਰੀ? ਜਿਹੜੀ ਆਪਾਂ ਹੁਣੇ ਪੜ੍ਹੀ ਬਾਈਬਲ ਦੀ, ਜਿੱਥੇ ਲੋਕੀ ਕੀ ਕਹਿੰਦੇ ਪਏ? ਆਓ ਆਪਾਂ ਇਦਾਂ ਕਰੀਏ। ਇੱਥੇ ਫਰੌਨ ਯੂਜ਼ ਕਰਦਾ ਪਿਆ ਸੇਮ ਭਾਸ਼ਾ ਕਿ ਆਓ ਆਪਾਂ ਦਿਮਾਗ ਦੇ ਨਾਲ ਨਾ ਲੜੀਏ। ਤੇ ਵਰਸ ਨੰਬਰ 14 'ਚ ਉਹਨੇ ਕੀ ਕੀਤਾ? ਦਿਮਾਗ ਦੀ ਸਟੋਰੀ ਕੀ ਕੀਤੀ? ਅਤੇ ਉਹਨਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ ਇੱਟਾਂ ਦੇ ਖੇਤਾਂ ਵਿੱਚ ਹਰ ਪ੍ਰਕਾਰ ਦੀ ਟਹਿਲ ਨਾਲ ਉਹਨਾਂ ਦਾ ਜੀਵ ਔਖਾ ਕਰ ਦਿੱਤਾ। ਜਿਹੜੀ ਟਹਿਲ ਉਹਨਾਂ ਤੋਂ ਕਰਾਉਂਦੇ ਸਨ ਉਹ ਕਰਨਾਈ ਨਾਲ ਸੀ। ਇੱਕ ਮਿੰਟ, ਹੁਣ ਕਿਹੜੀ ਚੀਜ਼ ਵਰਡ ਆਈ ਜਿਹੜੀ ਤੁਹਾਨੂੰ ਪਿਛਲੀ ਸਟੋਰੀ ਕਨੈਕਟ ਕਰਦੀ ਪਈ? ਕਿਹੜੇ ਵਰਡ ਆਏ? ਗਾਰੇ ਦੇ ਇੱਟਾਂ। ਠੀਕ ਹੈ, ਹੁਣ ਤੁਹਾਨੂੰ ਸਟੋਰੀ ਸਮਝਣੀ ਸ਼ੁਰੂ ਹੋਊਗੀ। ਜਿਹੜੇ ਮੈਂ ਗੱਲ ਕੀਤੀ ਨਾ ਕਿ 9 ਵਰਸਿਸ ਜਿਹੜੀਆਂ ਹੈਗੀਆਂ ਵਾ, ਸਾਨੂੰ ਲੱਗਦਾ ਛੋਟੀ ਸਟੋਰੀ ਹੈਗੀ। ਐਕਚੁਅਲੀ ਛੋਟੀ ਸਟੋਰੀ ਨਹੀਂ ਹੈਗੀ। ਜਿੱਥੇ ਕਿਤੇ ਹੋਰ ਪੜੋਗੇ ਤੁਹਾਨੂੰ ਹੋਰ ਵੱਡੀ ਲੱਗ ਜਾਊਗੀ ਕਿ ਉੱਥੇ ਐਕਸੈਸ ਹੋਇਆ ਸੀ। ਠੀਕ ਹੈ, ਕਿਉਂਕਿ ਇੱਥੇ ਕੀ ਕਰਦਾ ਪਿਆ? ਫਿਰ ਹੁਣ ਕੀ ਕਰਦਾ ਪਿਆ? ਲੋਕਾਂ ਨੂੰ ਕੀ ਕਰਦਾ ਪਿਆ? ਗੁਲਾਮ ਇਜ਼ਰਾਈਲੀਆਂ ਨੂੰ। ਕਾਹਦੇ ਨਾਲ? ਇੱਟਾਂ ਨਾਲ ਤੇ ਗਾਰੇ ਨਾਲ। ਆਹ ਬਣਾਓ। ਉੱਥੇ ਲੋਕੀ ਕੀ ਕਰਦੇ ਪਏ? ਕੀ ਬਣਾਉਂਦੇ ਪਏ? ਪਹਿਲਾਂ ਕੀ ਬਣਾਇਆ ਇਹਨਾਂ ਨੇ? ਇੱਟਾਂ ਤੇ ਗਾਰੇ। ਹੁਣ ਤੁਹਾਨੂੰ ਸਟੋਰੀ ਸਮਝ ਲੱਗਣੀ ਹੋਊਗੀ ਦਿਮਾਗ ਦੇ ਵਿੱਚ ਕਿ ਐਕਚੁਅਲ 'ਚ ਉਹਨਾਂ ਦਾ ਪਲਾਨ ਕੀ, ਉਹ ਕੀ ਕਰਨਾ ਚਾਹੁੰਦੇ। ਠੀਕ ਹੈ, ਉਹਨਾਂ ਦਾ ਦਿਮਾਗ ਕਿੱਧਰ ਨੂੰ ਚੱਲਦਾ ਪਿਆ ਸੀ, ਆਪਾਂ ਕੀ ਕਰਨਾ। ਠੀਕ ਹੈ, ਇੱਟਾਂ ਤੇ ਗਾਰੇ, ਸੇਮ ਉਹੀ ਲੈਂਗੁਏਜ। ਆਓ ਆਪਾਂ ਇੱਦਾਂ ਕਰੀਏ। ਓਕੇ, ਇੱਕ ਹੋਰ ਚੀਜ਼, ਵਰਸ ਨੰਬਰ 2 11:2। ਤੇ ਇਹ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੇ ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ। ਇੱਕ ਮਿੰਟ, ਪੂਰਬ ਵੱਲ ਜਾਂਦੇ ਹੋਏ ਉਹ ਕਿੱਥੇ ਵਸ ਗਏ? ਸ਼ਿਨਾਰ ਦੇਸ਼ ਵਿੱਚ। ਪੂਰਬ ਵੱਲ ਜਾਂਦੇ ਕਿੱਥੇ? ਸਿਨਾਰ ਦੇਸ਼। ਨਾ ਹੋਰ ਧਿਆਨ ਪੜੋ, ਤੁਸੀਂ ਛੱਡ ਕੇ ਵਿੱਚ ਮੈਦਾਨ ਸਿਨਾਰ ਦੇਸ਼। ਇੱਕ ਮੈਦਾਨ ਦੇ ਵਿੱਚ। ਮੈਦਾਨ ਮਤਲਬ ਪੱਧਰਾ। ਹਾਂਜੀ, ਪੱਧਰਾ ਇਲਾਕਾ ਨਾ। ਓਕੇ, ਹੁਣ ਜਿਹੜਾ ਇਹਨਾਂ ਬੁਰਜ ਬਣਾਉਣਾ ਹੈ ਕਿਉਂ ਬਣਾਉਣਾ ਹੈ? ਆਕਾਸ਼ ਤੱਕ ਪਹੁੰਚੇ। ਮੰਨ ਲਓ ਤੁਸੀਂ ਬੁਰਜ ਬਣਾਉਣਾ, ਤੁਹਾਡਾ ਮਕਸਦ ਹੈਗਾ ਕਿ ਆਕਾਸ਼ ਤੱਕ ਬੁਰਜ ਪਹੁੰਚੇ। ਤੁਸੀਂ ਬੁਰਜ ਕਿੱਥੇ ਬਣਾਉਣਾ ਸ਼ੁਰੂ ਕਰੋਗੇ? ਧਰਤੀ ਤੇ ਮੈਦਾਨ ਨਾ, ਸਿੰਪਲ ਚੀਜ਼ ਹੈਗੀ। ਜੇ ਤੁਸੀਂ ਬੁਰਜ ਬਣਾਉਣਾ, ਤੁਹਾਡਾ ਮਕਸਦ ਹੈਗਾ ਕਿ ਉਹ ਉਚਾਈ ਤੱਕ ਪਹੁੰਚੇ, ਤੇ ਇਹਨੂੰ ਕਿੱਥੇ ਬਣਾਉਣਾ ਸ਼ੁਰੂ ਕਰੋਗੇ? ਹਾਂਜੀ, ਕਿੱਥੇ? ਪਹਾੜ ਤੇ। ਇਹ ਪਹਾੜ ਤੇ ਬਣਾਓਗੇ ਕਿਉਂ? ਕਿਉਂਕਿ ਉਹ ਪਹਿਲਾਂ ਹੀ ਹਾਈਟ ਤੇ ਹੈਗਾ। ਤੁਹਾਡੇ ਤੇ ਅੱਧਾ ਕੰਮ ਤੇ ਵੈਸੇ ਹੀ ਕੰਪਲੀਟ ਹੋ ਗਿਆ, ਆਲਰੇਡੀ ਪਹਾੜ ਤੇ ਹੈਗਾ। ਤੁਸੀਂ ਕਿੱਥੇ ਬਣਾਉਣਾ ਸ਼ੁਰੂ ਕਰੋਗੇ?
ਪਹਾੜ ਤੋਂ ਉੱਪਰ ਚੱਲੋ ਉਹ ਕੀ ਕਰਦੇ ਪਏ ਆ ਥੱਲੇ ਮੈਦਾਨ ਤੇ ਹੁਣ ਤੇ ਉਹ ਸਤਾਈ ਹੈਗੇ ਸੀ ਯਾਰ ਇਦਾਂ ਕਰਦੇ ਪਏ ਮਕਸਦ ਸਾਹਮਣੇ ਹੈਗਾ ਸੀ ਪਹਾੜੀ ਤੇ ਹੈਗਾ ਸੀ ਪਹਾੜੀ ਤੋਂ ਨਿਕਲੇ ਸੀ ਥੱਲੇ ਪਹੁੰਚੇ ਸੀ ਪਹਾੜੀ ਤੇ ਬਣਾ ਲੈਂਦੇ ਜੇ ਮਕਸਦ ਇਹ ਹੈਗਾ ਸੀ ਠੀਕ ਹੈ ਸੋ ਚੀਜ਼ਾਂ ਕੀ ਆ ਚੀਜ਼ਾਂ ਸਟੋਰੀ ਕੁਛ ਹੋਰ ਹੈਗੀ ਕੁਛ ਕਰਨਾ ਕੀ ਚਾਹੁੰਦੇ ਹੋ ਠੀਕ ਹੈ ਸੋ ਸਟੋਰੀ ਐਕਚੁਅਲ ਹੈਗੀ ਕਿ ਜੇ ਧਿਆਨ ਨਾਲ ਪੜੋਗੇ ਵਰਸ ਨੰਬਰ 1 ਕੀ ਕਹਿੰਦੀ ਉਹਨਾਂ ਨੇ ਕੀ ਕੀਤਾ ਉਹਨਾਂ ਕੋਲ ਕੀ ਸੀ ਵਰਸ ਨੰਬਰ 1 ਚ ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਇੱਕੋ ਭਾਸ਼ਾ ਸੀ ਓਕੇ ਵਰਸ ਨੰਬਰ 1 ਸ਼ੁਰੂ ਹੁੰਦੀ ਹੈ ਕਿ ਉਹਨਾਂ ਕੋਲ ਇੱਕ ਭਾਸ਼ਾ ਸੀ ਵਰਸ ਨੰਬਰ 2 ਚ ਕੀ ਆ ਅਤੇ ਇਹ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੇ ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ ਉੱਥੇ ਉਹ ਵਸ ਗਏ ਇੱਕ ਮਿੰਟ ਜੇ ਭਾਸ਼ਾ ਇੱਕ ਹੀ ਫਿਰ ਕੀ ਹੁੰਦਾ ਹੋਊਗਾ ਜੇ ਸਾਰੇ ਭਾਸ਼ਾ ਇੱਕ ਹੋ ਗਈ ਫਿਰ ਕੀ ਹੋਊਗਾ ਜੇ ਸਮਝਦੇ ਹੋ ਇੱਕ ਦੂਜੇ ਨੂੰ ਸਾਰੇ ਸਮਝ ਆਉਣਗੇ ਇਕੱਠੇ ਇੱਕ ਦੂਜੇ ਨੂੰ ਸਮਝਦੇ ਹੋਣਗੇ ਗੱਲਬਾਤ ਕਰਦੇ ਹੋਣਗੇ ਹਨਾ ਕਮਿਊਨੀਕੇਸ਼ਨ ਸਕਿੱਲ ਉਹਨਾਂ ਦੇ ਇੱਕੋ ਹੋਣਗੇ ਓਕੇ ਦੂਸਰੇ ਨੰਬਰ ਵਰਸ ਵਿੱਚ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਜਗ੍ਹਾ ਵੇਖੀ ਸ਼ਿਨਾਰ ਦੇਸ਼ ਜਿਹੜਾ ਕਿ ਮੈਦਾਨ 'ਚ ਸੀ ਉੱਥੇ ਉਹਨਾਂ ਨੇ ਕੀ ਕੀਤਾ ਵਸ ਗਏ ਹੁਣ ਕਿੱਦਾਂ ਵਸ ਗਏ ਉਹ ਜਦੋਂ ਉਹਨਾਂ ਨੇ ਕੀ ਕੀਤਾ ਹੋਊਗਾ ਆਪਸ 'ਚ ਗੱਲਬਾਤ ਕੀਤੀ ਹੋਊਗੀ ਯਾਰ ਬਹੁਤ ਵਧੀਆ ਹੈਗਾ ਠੀਕ ਹੈ 2 ਨੰਬਰ ਵਰਸ 3 ਨੰਬਰ ਵਰਸ ਆਪਾਂ ਕੀ ਪੜਿਆ ਉਹਨਾਂ ਨੇ ਕੀ ਬਣਾਇਆ ਹਾਂਜੀ ਇੱਟਾਂ ਬਣਾ ਲਈਆਂ ਉਹਨਾਂ ਨੇ ਕਾਹਦੀਆਂ ਪੱਥਰਾਂ ਦੀਆਂ ਜਗ੍ਹਾ ਓਕੇ ਚਿੱਟੇ ਪੱਥਰ ਹੈਗੇ ਉਹਨਾਂ ਨੇ ਦੀ ਅੱਗ 'ਚ ਪਾਇਆ ਜੋ ਕੀ ਬਣ ਗਿਆ ਇੱਟਾਂ ਬਣ ਗਈਆਂ ਕਿਸ ਤਰੀਕੇ ਨਾਲ ਨਾ ਜਿੱਦਾਂ ਆਪਾਂ ਮਤਲਬ ਮੈਂ ਦੂਜੇ ਤਰੀਕੇ ਗੱਲ ਕਰਾਂ ਜਿੱਥੇ ਕਿ ਇੱਕ ਇੰਗਲਿਸ਼ ਵਰਡ ਨਾ ਕਿਲਨ ਦੇ ਵਿੱਚ ਉਹਨਾਂ ਪਾ ਕੇ ਉਹ 'ਚ ਪਾਤਾ ਠੀਕ ਹੈ ਜਾਂ ਦੂਜਾ ਤਰੀਕਾ ਹੈਗਾ ਇੱਟਾਂ ਹੋਰ ਕਿੱਦਾਂ ਇੱਟਾਂ ਬਣਦੀਆਂ ਹਾਂਜੀ ਮਿੱਟੀ ਤੋਂ ਮਿੱਟੀ ਨੂੰ ਅੱਗ 'ਚ ਪਾ ਕੇ ਠੀਕ ਹੈ ਹੁਣ ਜਦੋਂ ਉਹਨਾਂ ਇੱਟਾਂ ਬਣਾਈਆਂ ਹੋਣਗੀਆਂ ਕਿੱਦਾਂ ਬਣਾਈਆਂ ਹੋਣਗੀਆਂ ਪਹਿਲੇ ਮਿੱਟੀ ਤੋਂ ਸਾਰਾ ਹੀ ਬਣਾਇਆ ਹਾਂਜੀ ਪਹਿਲੇ ਮਿੱਟੀ ਨੂੰ ਪਾਣੀ ਕਹਾਣੀ ਬਣਾਈ ਪਹਿਲਾਂ ਉਹਨਾਂ ਕੋਲ ਮਿੱਟੀ ਹੋਏ ਪਾਣੀ ਪਾ ਇਹਦੇ ਕੋਲ ਹੋਊਗੀ ਇੱਕ ਬੰਦੇ ਕੋਲ ਸਾਰਿਆਂ ਕੋਲ ਹੋਊਗੀ ਫਿਰ ਸਾਰਿਆਂ ਨੇ ਕੀ ਕੀਤਾ ਹੋਊਗਾ ਉਹਨੂੰ ਇੱਟਾਂ ਬਣਾ ਕੇ ਪਕਾਇਆ ਹੈ। ਨਾ ਬਣਾਉਣ ਤੋਂ ਪਹਿਲਾਂ ਕੀ ਕੀਤਾ ਹੋਊਗਾ ਨਾ ਕੀ ਕੀਤਾ ਹੋਊਗਾ ਉਹ 'ਚ ਪਾਣੀ ਪਾਇਆ ਹੋਇਆ ਨਾ ਪਾਣੀ ਪਾਉਣ ਤੋਂ ਪਹਿਲਾਂ ਕੀ ਕੀਤਾ ਹੋਊਗਾ ਉਹਨਾਂ ਨੂੰ ਕਿੱਦਾਂ ਆਈਡੀਆ ਆਇਆ ਕਿੱਦਾਂ ਹੋ ਸਕਦਾ ਸੱਚਾ ਤੇ ਕੀਤਾ ਪਹਿਲੇ ਸਲਾਹ ਕੀਤੀ ਉਹਨਾਂ ਬੈਠ ਕੇ ਬਣਾਇਆ ਹੋਊਗਾ ਸਭ ਤੋਂ ਪਹਿਲਾਂ ਉਹਨਾਂ ਨੇ ਕੀਤੀ ਗੱਲਬਾਤ ਸਲਾਹ ਕੀਤੀ ਹੋਈ। ਠੀਕ ਹੈ ਸਾਰਾ ਕੁਝ ਕਰਨ ਪਹਿਲਾਂ ਕੀ ਕਰਨਾ ਪੈਣਾ ਤੂੰ ਲੈ ਗਿਆ ਪਾਣੀ ਤੂੰ ਮਿੱਟੀ ਲੈ ਗਿਆ ਆਪਸ ਚ ਗੱਲਬਾਤ ਹਾਂਜੀ ਉਮਰਪੁਰੇ ਕਈ ਲੈ ਗਿਆ ਤੂੰ ਮਰਪੁਰ ਕਹੀ ਲੈ ਗਿਆ ਤੂੰ ਟਾਲੇ ਤੋਂ ਲੈ ਆਇਆ ਠੀਕ ਹੈ ਪਹਿਲਾਂ ਉਹਨੇ ਕੀ ਕੀਤਾ ਹੋਊਗਾ ਗੱਲਬਾਤ ਕੀਤੀ ਹੋਊਗੀ ਠੀਕ ਹੈ ਐਕਚੁਅਲ ਸਿੰਪਲ ਪਲਾਨ ਹੈਗਾ ਕਿਉਂਕਿ ਸਾਰੀ ਗੱਲ ਕਿਹਦੀ ਚੱਲਦੀ ਪਈ ਆ ਵਰਸ ਨੰਬਰ 1 ਤੇ ਵਰਸ ਨੰਬਰ 9 ਕਾਹਦੀ ਗੱਲ ਚੱਲਦੀ ਪਈ ਸਾਰੀ ਲੈਂਗੁਏਜ ਦੀ ਮੈਂ ਤੁਹਾਨੂੰ ਗੱਲ ਕੀਤੀ ਮੈਂ ਤੁਹਾਨੂੰ ਹਿੰਟ ਉੱਤੇ ਦੇ ਦਿੱਤਾ ਸੀ ਕਿ 1 ਨੰਬਰ ਵਰਸ 'ਚ ਵੀ ਲੈਂਗੁਏਜ ਆ ਤੇ ਵਰਸ ਨੰਬਰ 9 'ਚ ਵੀ ਲੈਂਗੁਏਜ ਹੈਗਾ ਮਤਲਬ ਕੀ ਹੈ ਕਿ ਸਾਰੀ ਸਟੋਰੀ ਕਿਹਦੇ ਬਾਰੇ ਆ ਲੈਂਗੁਏਜ ਦੇ ਉੱਪਰ ਠੀਕ ਹੈ ਵਰਸ ਨੰਬਰ 3 'ਚ ਉਹਨਾਂ ਨੇ ਇੱਟਾਂ ਬਣਾ ਲਈਆਂ ਫਿਰ ਉਹਨਾਂ ਨੇ ਕੀ ਕੀਤਾ ਗਾਰਾ ਬਣਾਇਆ ਉਹ ਵੀ ਕਿੱਦਾਂ ਬਣਾਇਆ ਹੋਊਗਾ ਯਾਰ ਆਪਾਂ ਇੱਟਾਂ ਬਣਾ ਲਈਆਂ ਹੁਣ ਆਪਾਂ ਕੀ ਕਰੀਏ ਗਾਰਾ ਵੀ ਬਣਾ ਲਈ ਗਾਰਾ ਬਣਾਉਣ ਦੀ ਲੋੜ ਕੀ ਪਈ ਹੁਣ ਤੇ ਸੋਚਾਂ ਮੰਨ ਲਓ ਇੱਟਾਂ ਬਣਾ ਲਈਆਂ ਹੁਣ ਤੁਹਾਨੂੰ ਗਾਰਾ ਬਣਾਉਣ ਦੀ ਕੀ ਲੋੜ ਪਈ ਕਿਉਂਕਿ ਉਹਨਾਂ ਦਾ ਲੈਵਲ ਕਰਨ ਵਾਸਤੇ ਹਾਂਜੀ ਪੱਕਾ ਲੈਵਲ ਕਰਨ ਵਾਸਤੇ ਲੈਵਲ ਕਰਨ ਵਾਸਤੇ ਇਕੱਲਾ ਆਪਾਂ ਸੀਮੈਂਟ ਨੂੰ ਕਿਉਂ ਯੂਜ਼ ਕਰਦੇ ਹਾਂ ਪੱਕਿਆਈ ਕਰਨ ਵਾਸਤੇ ਪੱਕਿਆਈ ਕਰਨ ਵਾਸਤੇ ਕਿਉਂਕਿ ਉਹਨਾਂ ਨੇ ਇੱਟਾਂ ਲਾਈਆਂ ਉਹਨਾਂ ਨੇ ਕੀ ਕਹਿਣਾ ਆ ਸਹੀ ਨਹੀਂਗਾ ਕਿਉਂਕਿ ਪਹਿਲਾਂ ਚੂਨਾ ਯੂਜ਼ ਕਰਦੇ ਸੀ ਉਹਨਾਂ ਨੇ ਇੱਟਾਂ ਨਾਲ ਚੂਨਾ ਲਾਇਆ ਉਹਨੂੰ ਕੀ ਲੱਗਾ ਯਾਰ ਆ ਗਈ ਆ ਨਹੀਂ ਮੈਟਰ ਕਰਦੀ ਪਈ ਹੈ ਨਾ ਆਪਾਂ ਕੀ ਕਰੀਏ ਗਾਰਾ ਬਣਾ ਲਈ ਠੀਕ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਕਿ ਹਾਂ ਜੇ ਆਪਾਂ ਪਿੱਛੇ ਵੀ ਇੱਟਾਂ ਬਣਾ ਸਕਦੇ ਹਾਂ ਤੇ ਹੁਣ ਆਪਾਂ ਕੀ ਬਣਾ ਸਕਦੇ ਹਾਂ ਗਾਰਾ ਵੀ ਬਣਾ ਸਕਦੇ ਹਾਂ ਠੀਕ ਹੈ ਓਕੇ ਹੁਣ 4 ਨੰਬਰ ਵਰਸ ਵਿੱਚ ਉਹਨਾਂ ਨੇ ਕੀ ਕਿਹਾ ਆਪਾਂ ਹੁਣ ਕੀ ਬਣਾਈਏ ਸ਼ਹਿਰ ਇੱਕ ਸ਼ਹਿਰ ਇੱਕ ਗੁੰਮਟ ਬਣਾ ਲਈਏ ਆਪਾਂ ਕਿਉਂ ਬਣਾ ਲਈਏ ਕਿਉਂਕਿ ਆਪਾਂ ਬਣਾ ਸਕਦੇ ਹਾਂ ਆਪਾਂ ਪਿੱਛੇ ਇੱਟਾਂ ਬਣਾ ਲਈਆਂ ਆਪਾਂ ਗਾਰਾ ਬਣਾ ਲਿਆ ਆਪਾਂ ਸਭ ਕੁਝ ਕਰ ਲਿਆ ਆਪਾਂ ਇਕੱਠੇ ਮਿਲਾਂਗੇ ਮਤਲਬ ਜਦੋਂ ਆਪਾਂ ਇਕੱਠੇ ਮਿਲਾਂਗੇ ਤੇ ਹਰ ਬੰਦਾ ਅਲੱਗ-ਅਲੱਗ ਚੀਜ਼ ਆਪਣਾ ਕੰਮ ਲਿਆਵੇ ਕੋਈ ਬੰਦਾ ਇੱਟਾਂ ਬਣਾਉਂਦਾ ਪਿਆ ਕੋਈ ਗਾਰਾ ਬਣਾਉਂਦਾ ਪਿਆ ਕੋਈ ਕੁਝ ਕਰਦਾ ਪਿਆ ਜਦੋਂ ਆਪਾਂ ਇਕੱਠੇ ਮਿਲਾਂਗੇ ਆਪਾਂ ਕੁਛ ਹੀ ਬਣਾਵਾਂਗੇ ਤੇ ਪਰਮੇਸ਼ਰ ਨੇ ਕੀ ਵੇਖਿਆ ਕਿ ਹੋਣਾ ਜਿਹੜੇ ਪਾਸੇ ਲੱਗੇ ਆ ਹੁਣ ਇਹਨਾਂ ਲਈ ਕੁਝ ਵੀ ਕੀ ਆ ਅਨਹੋਣਾ ਨਹੀਂ ਹੈਗਾ ਹੁਣ ਇਹ ਕੁਛ ਹੀ ਬਣਾ ਸਕਦੇ ਠੀਕ ਹੈ ਕਿਉਂਕਿ ਪਰਮੇਸ਼ਰ ਨੇ ਇਹ ਤੇ ਗੱਲ ਕੀਤੀ ਕਿ ਜਿਹੜੇ ਪਾਸੇ ਤੁਰ ਪਏ ਆ ਹੁਣ ਇਹ ਕੁਛ ਵੀ ਕਰ ਸਕਦੇ ਜਿੱਦਾਂ ਤੁਰ ਪਏ ਠੀਕ ਹੈ ਤੇ ਪਰਮੇਸ਼ਰ ਨੇ ਕਿਹਾ ਕਿ ਇਹ ਪਲਾਨ ਗਲਤ ਹੈਗਾ ਹੁਣ ਸਵਾਲ ਇੱਕ ਹੋਰ ਆਉਂਦਾ ਕਿ ਪਰਮੇਸ਼ਰ ਨੇ ਚਾਹੁੰਦੇ ਕਿ ਇਨਸਾਨ ਇਦਾਂ ਮਿਲ ਕੇ ਤਰੱਕੀ ਕਰੇ ਕਿ ਚਾਹੁੰਦੇ ਹੋਣਗੇ ਹਨਾ ਪਰ ਇੱਥੇ ਫਿਰ ਪਰਮੇਸ਼ਰ ਇਦਾਂ ਕਿਹਾ ਕਿ ਇਹ ਹੁਣ ਜੋ ਜਿਹੜੇ ਪਾਸੇ ਤਰੀਕੇ ਚੱਲ ਪਏ ਆ ਇਹ ਹੁਣ ਕਿਸੇ ਹੋਰ ਤਰੀਕੇ ਤੁਰ ਪਏ ਠੀਕ ਹੈ ਸੋ ਜਿਹਦੇ ਧਿਆਨ ਨਾਲ ਸਾਰੀ ਚੀਜ਼ਾਂ ਨੋਟ ਕਰੋਗੇ ਵਰਸ 1 2 3 4 ਜਿਹਨੇ ਭਾਵ ਕੀਤੀਆਂ ਤੇ ਚ ਇੱਕ ਹੋਰ ਹਿੰਟ ਲੱਭੋਗੇ ਤੁਹਾਨੂੰ ਇੱਕ ਚੀਜ਼ ਲੱਭੋਗੀ ਇਨਸਾਨ ਦੀ ਸੋਚ ਕੀ ਹੈਗੀ ਮੈਂ ਹੁਣ ਇਹਦਾ ਨਾਲ ਗੱਲ ਕੀਤੀ ਕਿ ਇਨਸਾਨ ਨੇ ਜੇ ਕੋਈ ਚੀਜ਼ ਬਣਾਉਣੀ ਹੋਵੇ ਜਿਹੜੀ ਕਿ ਅਸਮਾਨ ਤੱਕ ਪਹੁੰਚੇ ਉਹ ਕਿੱਥੇ ਬਣਾਵੇ ਉਚਾਈ ਤੇ ਪਰ ਉਹ ਕੀ ਯੂਜ਼ ਕਰਦੇ ਪਏ ਮੈਦਾਨ ਪਹਾੜ ਨੂੰ ਕਿਉਂ ਨਹੀਂ ਯੂਜ਼ ਕਰਦੇ ਪਏ ਉਹਨਾਂ ਨੂੰ ਉੱਪਰ ਮਟੀਰੀਅਲ ਕੰਟਰ ਦੀ ਦਿੱਕਤ ਆਈ ਹਾਂਜੀ ਮਟੀਰੀਅਲ ਉੱਪਰ ਲਾ ਕੇ ਪਰ ਜਿੰਨਾ ਵੱਡਾ ਬੁਰਜ ਬਣਾਉਂਦੇ ਪਏ ਜਿੰਨਾ ਦੀ ਵੇਖਿਆ ਨਾ ਉਹ ਵੀ ਤਾਂ ਕਿੰਨਾ ਉੱਚਾ ਹੈਗਾ ਜਦੋਂ ਸਾਰੇ ਮਿਲ ਕੇ ਕੰਮ ਕਰਦੇ ਪਏ ਇਕੱਠਾ ਬੁਰਜ ਉਦੋਂ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਸੋ ਪ੍ਰੋਬਲਮ ਕੀ ਆ ਐਟੀਟਿਊਡ ਮਾਈਂਡਸੈਟ ਉਹਨਾਂ ਨੇ ਕੀ ਕਿਹਾ ਆਪਾਂ ਕੁਦਰਤੀ ਚੀਜ਼ ਨਹੀਂ ਯੂਜ਼ ਕਰਨੀ
ਆਪਾਂ ਪਹਾੜ ਨਹੀਂ ਯੂਜ਼ ਕਰਨਾ ਜਿਹੜਾ ਕਿ ਕੁਦਰਤੀ ਪਰਮੇਸ਼ਰ ਬਣਾਇਆ, ਆਪਾਂ ਕੀ ਯੂਜ਼ ਕਰਾਂਗੇ? ਆਪਣਾ ਬਣਾਵਾਂਗੇ, ਕੋਈ ਗੱਲ ਨਹੀਂ, ਸਾਨੂੰ ਪਰਮੇਸ਼ਰ ਪਹਾੜ ਦੀ ਲੋੜ ਹੀ ਨਹੀਂ। ਠੀਕ ਹੈ। ਦੂਸਰੀ ਚੀਜ਼, ਆਪਾਂ ਪੱਥਰ ਨਹੀਂ ਯੂਜ਼ ਕਰਨਾ। ਜਦ ਕਿ ਜੇ ਤੁਸੀਂ ਬੁਰਜ ਬਣਾਉਣਾ ਹੋਵੇ, ਕਿੱਦਾਂ ਚੀਜ਼ ਬਣਾਉਣੀ ਹੋਵੇ, ਤੁਹਾਡੇ ਸੇ ਸਭ ਤੋਂ ਵਧੀਆ ਹੈਗਾ ਪੱਥਰ। ਉਹਨਾਂ ਨੇ ਕੀ ਯੂਜ਼ ਕੀਤਾ? ਆਪਾਂ ਕੀ ਬਣਾਵਾਂਗੇ? ਸਾਨੂੰ ਨਹੀਂ ਕੁਦਰਤੀ ਚੀਜ਼ ਲੋੜ ਜਿਹੜੀ ਪਰਮੇਸ਼ਰ ਦੀ ਦਿੱਤੀ, ਆਪਾਂ ਕੀ ਬਣਾਵਾਂਗੇ? ਆਪਣੇ ਇੱਟਾਂ ਬਣਾਵਾਂਗੇ, ਸਾਨੂੰ ਲੋੜ ਹੀ ਨਹੀਂ ਹੈਗੀ। ਠੀਕ ਹੈ। ਫਿਰ ਚੂਨਾ ਪਰਮੇਸ਼ਰ ਨੇ ਦਿੱਤਾ, ਆਪਾਂ ਨਹੀਂ ਯੂਜ਼ ਕਰਨਾ, ਆਪਾਂ ਕੀ ਬਣਾਵਾਂਗੇ? ਗਾਰਾ ਬਣਾਵਾਂਗੇ। ਸਾਰੀ ਚੀਜ਼ਾਂ ਤੁਹਾਨੂੰ ਕੀ ਸਮਝ ਲੱਗਦੀ ਪਈ? ਕੀ ਕਰਦੇ ਪਏ? ਆਪਣੀ ਆਪਣੀ ਬਣਾਉਣੀ ਆਪਾਂ ਚੀਜ਼, ਪਰਮੇਸ਼ਰ ਦੀ ਨਾ ਆਪਾਂ ਯੂਜ਼ ਕਰਨੀ। ਫਿਰ ਪਰਮੇਸ਼ਰ ਨੇ ਕੀ ਕਿਹਾ? ਆ ਜਿਹੜੀ ਸੋਚਣਾ ਹੁਣ ਤੁਰ ਪਿਆ ਨਾ ਐਟੀਟਿਊਡ ਦੇ ਨਾਲ, ਜਿੱਥੇ ਇਨਸਾਨ ਕੀ ਸੋਚਦਾ ਪਿਆ ਕਿ ਮੈਂ ਆਪਣੇ ਆਲ ਹੀ ਸਭ ਕੁਝ ਬਣਾਉਣਾ, ਮੈਂ ਆਪਣੇ ਆਪ ਹੀ ਸਭ ਕੁਝ ਬਣਾਉਂਗਾ ਤੇ ਮੈਂ ਆਪਣੇ ਨਾਮ ਦੇ ਲਈ ਬਣਾਉਂਗਾ। ਕਿਉਂਕਿ ਇਹਨਾਂ ਦਾ ਮਕਸਦ ਕੀ ਹੈ? ਇੱਕ ਹੋਰ, ਆਪਣੇ ਨਾਮ ਦੇ ਲਈ। ਪਰਮੇਸ਼ਰ ਨੇ ਪਿੱਛੇ ਕਿਹਾ ਵਾ ਫੁੱਲੋ ਫਲੋ ਪ੍ਰਿਥਵੀ ਪਰ ਵੜ ਜਾਓ, ਫੈਲ ਜਾਓ। ਉਹ ਕੀ ਕਹਿੰਦੇ ਪਏ ਆ? ਆਪਾਂ ਨਹੀਂ ਫੈਲਣਾ। ਇਹ ਮਤਲਬ ਕੀ ਆ ਕਿ ਉਹ ਕਿਹਨੂੰ ਜ਼ੀਰੋ ਕਰਦੇ ਪਏ? ਪਰਮੇਸ਼ਰ ਨੂੰ। ਉਹ ਕੀ ਚਾਹੁੰਦੇ ਆ? ਉਹ ਕੀ ਕਹਿੰਦੇ? ਪਰਮੇਸ਼ਰ ਕੁਛ ਨਹੀਂ, ਨਾ ਆਪਾਂ ਪਰਮੇਸ਼ਰ ਦੀ ਪੱਥਰ ਯੂਜ਼ ਕਰਨੇ, ਨਾ ਆਪਾਂ ਚੂਨਾ ਯੂਜ਼ ਕਰਨਾ, ਨਾ ਆਪਾਂ ਕੁਛ ਹੋਰ ਯੂਜ਼ ਕਰਨਾ। ਤਾਂ ਆਪਾਂ ਕੀ ਕਰਾਂਗੇ? ਆਪਣੀ ਮਰਜ਼ੀ ਕਰਾਂਗੇ। ਤੇ ਪਰਮੇਸ਼ਰ ਨੇ ਕੀ ਕਿਹਾ? ਫਿਰ ਆਓ ਹੁਣ ਕੀ ਕਰੀਏ? ਥੱਲੇ ਉਤਰ ਕੇ ਕੀ ਕਰੀਏ? ਭਾਸ਼ਾ ਚੇਂਜ ਕਰੀਏ। ਠੀਕ ਹੈ। ਕਿਉਂਕਿ ਇਹਨਾਂ ਦੀ ਜਿਹੜੀ ਸਾਰੀ ਕੋਲੈਬੋਰੇਸ਼ਨ ਹੈਗੀ ਆ, ਉਹ ਕਿਹਦੇ ਕਰਕੇ ਹੁੰਦੀ ਪਈ ਆ? ਲੈਂਗੁਏਜ ਦੇ ਕਰਕੇ। ਤੇ ਉਹ ਆਪਾਂ ਕੀ ਕਰੀਏ? ਲੈਂਗੁਏਜ ਚੇਂਜ ਕਰ ਦਈਏ। ਠੀਕ ਹੈ। ਸੋ ਤੁਹਾਨੂੰ ਡੀਪ ਚੀਜ਼, ਛੋਟੀ ਛੋਟੀ ਚੀਜ਼ ਸਿੱਖਣੀ ਪੈਣੀ ਕਿ ਐਕਚੁਅਲੀ ਇੱਥੇ ਹੋ ਕੀ ਰਿਹਾ। ਦੋ ਪਲਾਨ ਹੈਗੇ ਇਹਨਾਂ ਦੇ ਵੱਖਰੇ ਵੱਖਰੇ, ਤੇ ਆਹੀ ਚੀਜ਼ ਦੀ ਵੇਖੋਗੇ ਅੱਗੇ ਜਾ ਕੇ ਫਿਰ ਆਉਣ ਯੂਜ਼ ਕਰਦਾ। ਆਓ ਆਪਾਂ ਇੱਦਾਂ ਕਰੀਏ, ਇੱਟਾਂ ਬਣਾਈਏ, ਗਾਰੇ ਬਣਾਈਏ, ਕਾਹਦੇ ਵਾਸਤੇ? ਲੋਕਾਂ ਨੂੰ ਗੁਲਾਮ ਕਰਨ ਲਈ। ਠੀਕ ਹੈ। ਸੋ ਇੱਥੇ ਇੱਕ ਤਰੀਕੇ ਨਾਲ ਵੇਖੋਗੇ ਉਹਨਾਂ ਨੇ ਕੀ ਕਿਹਾ? ਆਓ ਆਪਾਂ ਇੱਕ ਕਮਿਊਨਿਟੀ ਬਣਾਈਏ। ਤੇ ਵੇਖੋਗੇ ਅੱਜ ਦੇ ਸਮੇਂ ਵਿੱਚ ਜਿੱਦਾਂ ਆਪਾਂ ਮਤਲਬ ਵੇਖਦੇ ਕਈ ਏਰੀਆ ਵੇਖੋਗੇ, ਉੱਥੇ ਹੁੰਦਾ ਨਾ ਕਿ ਲੋਕੀ ਘਰ ਮਤਲਬ ਇੱਕ ਏਰੀਆ 'ਚ ਰਹਿੰਦੇ ਆ, ਬਾਹਰ ਗੇਟ ਲੱਗਿਆ ਹੈ ਨਾ, ਬਾਅਦ ਚੋਂ ਰਾਤ ਨੂੰ ਗੇਟ ਬੰਦ ਹੋ ਜਾਂਦਾ, ਕੋਈ ਨਹੀਂ ਐਂਟਰ ਕਰਦਾ, ਸਵੇਰ ਨੂੰ ਖੁੱਲ੍ਹ ਜਾਂਦਾ 6 ਵਜੇ। ਠੀਕ ਹੈ। ਸੋ ਇੱਥੇ ਵੀ ਕੀ ਆ? ਪਹਿਲੀ ਇੱਕ ਤਰੀਕੇ ਦੀ ਕਲੋਜ਼ਡ ਕਮਿਊਨਿਟੀ ਹੈਗੀ, ਜਿੱਥੇ ਕੋਈ ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਕਿ ਆਓ ਆਪਾਂ ਸਾਰੇ ਕੀ ਕਰੀਏ? ਇਕੱਠੇ ਰਹੀਏ ਇੱਕ ਜਗ੍ਹਾ ਦੇ ਵਿੱਚ, ਤਾਂ ਕਿ ਸਾਰੇ ਜਣੇ ਇੱਕ ਜਗ੍ਹਾ ਜੁੜੇ ਰਹਿਣ, ਵੱਖਰੇ ਵੱਖਰੇ ਨਾ ਪਵੇ। ਠੀਕ ਹੈ। ਸੋ ਇੱਕ ਹੋਰ ਚੀਜ਼ 11 ਦੀ 6 ਜਿਉਂ ਨੇ ਆਖਿਆ ਕਿ ਵੇਖੋ ਇਹ ਲੋਕ ਇੱਕ ਹਨ, ਉਹਨਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਉਹ ਇਹ ਕਰਨ ਲੱਗੇ ਜੋ ਕੁਝ ਉਹਨਾਂ ਦੇ ਕਰਨ ਦੀ ਭਾਵਨੀ ਹੋਵੇਗੀ, ਹੁਣ ਉਹਨਾਂ ਅੱਗੇ ਨਹੀਂ ਅਟਕੇਗਾ। ਓਕੇ। ਠੀਕ ਹੈ। ਆਪਾਂ ਹੁਣੇ ਗੱਲ ਕੀਤੀ, ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਕੀ ਬਣਾਈ ਸੀ? ਸਭ ਤੋਂ ਪਹਿਲੀ ਚੀਜ਼ ਕੀ ਬਣਾਈ? ਇੱਟਾਂ ਬਣਾਈਆਂ। ਜਦੋਂ ਨੇ ਇੱਟਾਂ ਬਣਾਈਆਂ ਉਦੋਂ ਕੋਈ ਪਲਾਨ ਹੈਗਾ ਸੀ ਆਪਾਂ ਬੁਰਜ ਬਣਾਉਣਾ? ਕੋਈ ਪਲਾਨ ਨਹੀਂ ਉਦੋਂ। ਦੂਸਰਾ ਪਲਾਨ ਹੈਗਾ ਆਪਾਂ ਗਾਰਾ ਬਣਾਈਏ। ਫਿਰ ਤੀਜਾ ਪਲਾਨ ਹੁੰਦਾ ਹੁਣ ਆਪਾਂ ਕੀ ਕਰੀਏ? ਸ਼ਹਿਰ ਬਣਾਈਏ। ਠੀਕ ਹੈ। ਸੋ ਪਰਮੇਸ਼ਰ ਨੇ ਕੀ ਕਿਹਾ? ਵਰਸ ਨੰਬਰ 6 ਦੇ ਵਿੱਚ ਜਦੋਂ ਪੜ੍ਹਿਆ, ਪਰਮੇਸ਼ਰ ਨੇ ਕੀ ਕਿਹਾ ਕਿ ਥੱਲੇ ਉਤਰ ਕੇ ਵੇਖੀਏ ਇਨਸਾਨ ਜੋ ਕਰਦਾ ਪਿਆ ਵਾ ਹੁਣੇ, ਉਹ ਤੋਂ ਇਹਨਾਂ ਲਈ ਕੁਝ ਵੀ ਹੋਣਾ ਨਹੀਂ ਹੈਗਾ। ਇਹ ਮਤਲਬ ਕਿ ਪਰਮੇਸ਼ਰ ਕੀ ਕਹਿੰਦੇ ਪਏ ਕਿ ਜੇ ਟੈਕਨੋਲੋਜੀ ਨੂੰ ਤੁਸੀਂ ਗਲਤ ਯੂਜ਼ ਕਰੋ, ਜਿੱਦਾਂ ਪਾਸੇ ਹਮੇਸ਼ਾ ਕਰਾਉਂਦੇ ਹੁੰਦੇ, ਜੇ ਟੈਕਨੋਲੋਜੀ ਯੂਜ਼ ਗਲਤ ਕਰੋ, ਉਹ ਵੀ ਇੱਕ ਕੈਂਸਰ ਵਾਂਗੂ ਹੋਈ। ਠੀਕ ਹੈ। ਉਹ ਵੀ ਇਹਨਾਂ ਦਾ ਨਾਸ਼ ਕਰੂਗੀ। ਮਤਲਬ ਚੀਜ਼ ਇੱਕ ਤਰੀਕਾ ਕਿ ਪਰਮੇਸ਼ਰ ਸਿੱਧਾ ਬੰਦਿਆਂ ਦਾ ਨਾਸ਼ ਕਰਨਾ, ਬੁਰਜ ਬਣਾ ਖਤਮ ਹੋ ਜੇ। ਪਰ ਪਰਮੇਸ਼ਰ ਨੇ ਕੀ ਵੇਖਿਆ ਕਿ ਪ੍ਰੋਬਲਮ ਕਿੱਥੇ ਹੈਗੀ? ਜੇ ਟੈਕਨੋਲੋਜੀ ਤੋਂ ਬਾਅਦ ਗਲਤ ਯੂਜ਼ ਕਰਦੇ ਪਏ, ਟੈਕਨੋਲੋਜੀ ਦਾ ਗਲਤ ਇਸਤੇਮਾਲ। ਇਹਦੇ ਲਈ ਕੀ ਹੈ? ਇਹਨਾਂ ਦੀ ਭਾਸ਼ਾ ਚੇਂਜ ਕਰੋ ਤਾਂ ਕਿ ਇਹ ਉਹ ਤੋਂ ਹਟ ਕੇ ਤੇ ਚੰਗੇ ਪਾਸੇ ਆ ਸਕਣ। ਠੀਕ ਹੈ। ਸੋ ਪਰਮੇਸ਼ਰ ਇਨਸਾਨ ਨੂੰ ਨਸ਼ਟ ਕਰਨਾ ਚਾਹੁੰਦੇ। ਪਰਮੇਸ਼ਰ ਕੀ ਚਾਹੁੰਦਾ ਸੀ? ਉਹ ਆਪਣੀ ਸੋਚ ਨੂੰ ਚੇਂਜ ਕਰੇ, ਆਪਣੇ ਐਟੀਟਿਊਡ ਨੂੰ ਚੇਂਜ ਕਰੇ। ਠੀਕ ਹੈ। ਉਹ ਆ ਸੋਚ ਛੱਡੇ ਕਿ ਮੈਂ ਹੀ ਸਭ ਕੁਝ ਹੈਗਾ, ਜਿੱਦਾਂ ਬਸ ਨੇ ਗੱਲ ਕੀਤੀ ਹੰਕਾਰ ਦੀ। ਠੀਕ ਹੈ। ਮੈਂ ਤੁਹਾਨੂੰ ਥੋੜਾ ਡੀਪ ਲੈ ਗਿਆ ਕਿ ਐਕਚੁਅਲ 'ਚ ਜਦੋਂ ਇੱਕ ਵਰਸ ਨੋਟ ਕਰਕੇ ਤੇ ਵੇਖੋਗੇ ਉਹਦੇ ਵਿੱਚ ਭੇਦ ਬੜੇਗੇ, ਛੋਟੇ ਛੋਟੇ ਭੇਦ ਹੈਗੇ। ਅਜੇ ਬਹੁਤ ਸਾਰੇ ਜਿਹੜੇ ਕੇਲੇ ਆਪਾਂ ਟਾਈਮ ਮਿਲਾ ਉਹਦੇ ਵਿੱਚ ਸ਼ੇਅਰ ਕਰਾਂਗੇ ਕਿ ਸ਼ੁਰੂਆਤ ਕਿੱਥੋਂ ਹੋਈ ਪਿੱਛੋਂ। ਠੀਕ ਹੈ। ਕਿੱਥੋਂ ਇਕੱਠੇ ਸ਼ੁਰੂ ਹੋਏ, ਕਿਹੜੇ ਪੂਰਬ ਦੀ ਔਰ ਲਿਖਿਆ ਪੂਰਬ ਦੀ ਵੱਲ ਇਕੱਠੇ ਹੋਏ, ਕਿਹੜੇ ਪੂਰਬ ਵੱਲੋਂ ਆਏ ਤੇ ਕਿਉਂ ਉੱਥੇ ਇਕੱਠੇ ਹੋਏ ਇੱਕ ਜਗ੍ਹਾ ਦੇ ਉੱਤੇ, ਉਹ ਦੇਸ਼ ਹੀ ਕਿਉਂ ਵਧੀਆ ਸੀ ਨਾਲ, ਜਿੱਥੇ ਨਾਲ ਗੱਲ ਕੀਤੀ। ਠੀਕ ਹੈ। ਸੋ ਅਗਲੀ ਦਾ ਪਰ ਹੋਰ ਗੱਲਬਾਤ ਕਰਾਂਗੇ। ਅੱਜ ਦੇ ਵਿੱਚ ਪੜ੍ਹਿਆ ਤੇ ਆਸ਼ੀਰਵਾਦ ਤੋਂ